नाम ਨੂੰ महिमा मिले। ਅੱਜ ਦਾ ਇਹ ਅੱਛਾ ਸਮਾਂ ਪਰਮੇਸ਼ਰ ਨੇ ਦਿਖਾਇਆ ਕਿ ਅਸੀਂ ਸਾਰੇ ਰਲ ਮਿਲ ਕੇ ਪ੍ਰਭੂ ਦੀ ਆਰਾਧਨਾ ਦੇ ਵਿੱਚ ਸ਼ਾਮਲ ਹੋ ਸਕੀਏ। 21 ਅਪ੍ਰੈਲ ਨੂੰ ਯਾਨੀ ਕਿ 2 ਦਿਨ ਪਹਿਲੇ ਸ਼ੁੱਕਰਵਾਰ ਨੂੰ ਚਰਚ ਦੇ ਵਿੱਚ ਇੱਕ ਜਵਾਨਾਂ ਦਾ ਕੈਂਪ ਹੋਇਆ ਸੀ ਔਰ ਉਸ ਕੈਂਪ ਦੇ ਵਿੱਚ ਲਗਭਗ 380 ਤੋਂ 400 ਜਣੇ, ਮੈਂ 400 ਜਣੇ ਕਹਿ ਸਕਦਾ ਹਾਂ, 400 ਜਣੇ ਲਗਭਗ ਚਰਚ ਦੇ ਅੰਦਰ ਜਵਾਨ ਬੇਟੇ ਬੇਟੀਆਂ ਦੂਰ ਤੋਂ ਨਜ਼ਦੀਕ ਤੋਂ ਸਭ ਆਏ। ਅਸੀਂ ਬਹੁਤ ਪ੍ਰਭੂ ਦੀ ਹਜ਼ੂਰੀ ਦੇ ਔਰ ਮਹਿਸੂਸ ਕੀਤਾ, ਪ੍ਰਭੂ ਦੇ ਆਨੰਦ ਨੂੰ ਮਹਿਸੂਸ ਕੀਤਾ। ਦੇਖ ਕੇ ਸੁਣ ਕੇ ਬਹੁਤ ਖੁਸ਼ੀ ਹੈ ਕਿ ਸਾਡੇ ਜਵਾਨ ਬੇਟੇ ਬੇਟੀਆਂ ਪ੍ਰਭੂ ਨੂੰ ਪਿਆਰ ਕਰਦੇ ਹਨ, ਪ੍ਰਭੂ ਦੇ ਹਜ਼ੂਰੀ ਦੀ ਭੁੱਖ ਔਰ ਪਿਆਸ ਰੱਖਦੇ ਹਨ। ਹਾਲੇਲੂਇਆ, ਹਾਲੇਲੂਇਆ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਜਵਾਨਾਂ ਨੂੰ ਜਿਸ ਤਰ੍ਹਾਂ ਆਤਮਾ ਦਾ ਅਭਿਸ਼ੇਕ ਦਿੱਤਾ ਉਸੇ ਵਿੱਚ ਬਣੇ ਰਹਿਣ ਦੇ ਲਈ ਖੁਦਾ ਉਹਨਾਂ ਨੂੰ ਹੋਰ ਹਿੰਮਤ ਦੇਵੇ ਔਰ ਹੋਰ ਬਲ ਦੇਣੇ ਪਾਏ। ਆਈਏ ਅਸੀਂ ਅੱਜ ਦੇ ਵਚਨ ਨੂੰ ਪੜ੍ਹਾਂਗੇ। The letter to Ephesians chapter 5 verse 18। ਅਫਸੀਆਂ ਦੀ ਪੱਤਰੀ 5 ਬਾਬ ਔਰ ਉਸ ਦੀ 18 ਆਇਤ ਨੂੰ ਪੜ੍ਹਾਂਗੇ। ਅਫਸੀਆਂ ਦੀ ਪੱਤਰੀ 5 ਬਾਬ ਔਰ ਉਸ ਦੀ 18 ਆਇਤ ਨੂੰ ਪੜ੍ਹਾਂਗੇ। The letter to Ephesians chapter 5 verse 18। ਅਫਸੀਆਂ 5 ਦੀ 18 ਆਇਤ ਨੂੰ ਅਸੀਂ ਪੜ੍ਹਾਂਗੇ। ਅਤੇ ਮੈਂ ਨਾਲ ਮਸਤ ਨਾ ਹੋਵੋ ਜਿਹਦੇ ਵਿੱਚ ਲੁਚਪਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। ਬਸ ਲਿਖਿਆ ਹੈ ਆਤਮਾ ਨਾਲ ਭਰਪੂਰ ਹੋ ਜਾਓ। ਸਾਰੇ ਮੇਰੇ ਪਿੱਛੇ ਬੋਲਾਂਗੇ ਆਤਮਾ ਨਾਲ ਭਰਪੂਰ ਹੋ ਜਾਓ। ਆਤਮਾ ਨਾਲ ਭਰਪੂਰ ਹੋ ਜਾਓ। ਕਿਹਦੇ ਨਾਲ ਭਰਪੂਰ ਹੋ ਜਾਓ? ਆਤਮਾ ਨਾਲ। ਇਹ ਕਿਹੜੀ ਆਤਮਾ ਹੈ? ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋਣ ਦੇ ਲਈ ਪਰਮੇਸ਼ਰ ਦਾ ਆਤਮਾ ਅਗਵਾਈ ਕਰ ਰਹੇ ਹਨ। ਜਿਸ ਤਰ੍ਹਾਂ ਮੈਂ ਇੱਕ ਦਿਨ ਪਹਿਲੇ ਵੀ ਕਿਹਾ ਸੀ, ਇਹ ਯੁੱਗ ਪਵਿੱਤਰ ਆਤਮਾ ਦਾ ਯੁੱਗ ਹੈ। ਇਸ ਯੁੱਗ ਦੇ ਵਿੱਚ ਪਵਿੱਤਰ ਆਤਮਾ ਅਨੇਕੋ ਲੋਕਾਂ ਨੂੰ ਛੂ ਰਿਹਾ ਹੈ, ਅਨੇਕੋ ਮੰਡਲੀਆਂ ਨੂੰ ਛੂ ਰਿਹਾ ਹੈ, ਅਨੇਕੋ ਲੋਕ ਖੁਦਾ ਦੀ ਆਰਾਧਨਾ ਕਰ ਰਹੇ ਹਨ। ਔਰ ਇਹ ਵੇਖ ਕੇ ਔਰ ਸੁਣ ਕੇ ਕਿ ਪਰਮੇਸ਼ਰ ਦੇ ਇਸ ਲਹਿਰ ਦੇ ਵਿੱਚ ਬਿਨਾਂ ਉਮਰ ਦੇ ਲਿਹਾਜ਼ ਕਰਦੇ ਹੋਏ ਖੁਦਾ ਛੂ ਰਿਹਾ ਹੈ, ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਅੰਤ ਦੇ ਦਿਨਾਂ ਦੇ ਵਿੱਚ ਮੈਂ ਆਪਣੀ ਆਤਮਾ ਸਭਨਾਂ ਉੱਤੇ ਉੰਡੇਲਾਂਗਾ। In the end days I will fill all the earth, everyone, ਸਭਨਾਂ ਦੇ ਉੱਤੇ ਆਪਣੀ ਆਤਮਾ ਨੂੰ ਕੀ ਕਰਾਂਗਾ? ਉੰਡੇਲਾਂਗਾ। ਇਹੀ ਮੈਨੂੰ ਮਹਿਸੂਸ ਹੋਇਆ। ਕੁਝ ਦਿਨ ਪਹਿਲੇ ਇੱਕ ਜਗ੍ਹਾ ਦੇ ਵਿੱਚ ਇਬਾਦਤ ਸੀ, ਬੰਦਗੀ ਜਦੋਂ ਚੱਲ ਰਹੀ ਸੀ, ਇਬਾਦਤ ਤੋਂ ਬਾਅਦ ਇਬਾਦਤ ਦੇ ਦੌਰਾਨ ਆਰਾਧਨਾ ਦੇ ਦੌਰਾਨ ਇੱਕ ਬਜ਼ੁਰਗ ਮਾਤਾ ਬਜ਼ੁਰਗ ਮਾਤਾ ਲਗਭਗ ਕੋਈ 70 ਸਾਲ ਦੇ ਹੋਣਗੇ, 70 years, 70 ਸਾਲ ਦੇ ਇੱਕ ਬਜ਼ੁਰਗ ਮਾਤਾ ਹੋਣਗੇ। ਸਾਰਿਆਂ ਨੇ ਵਚਨ ਦੇ ਵੱਲ ਧਿਆਨ ਕਰਨਾ, ਮੈਨੂੰ ਵੇਖਣਾ ਸਾਰਿਆਂ ਨੇ, ਠੀਕ ਹੈ? ਕਿਹਨੂੰ ਵੇਖਣਾ ਹੈ? ਪਾਸਟਰ ਜੀ ਨੂੰ ਵੇਖਣਾ। ਕਿਹਨੂੰ? ਹਾਂ, ਇੱਧਰ ਵੇਖੋਗੇ ਨਾ ਤਾਂ ਠੀਕ ਰਹੋਗੇ, ਇੱਧਰ ਉੱਧਰ ਦੇਖਦੇ ਰਹੋਗੇ ਤਾਂ ਕੰਮ ਖਰਾਬ ਹੋ ਜਾਏਗਾ। ਓਕੇ, ਇੱਧਰ ਵੇਖਣਾ, ਮੇਰੇ ਵੱਲ ਦੇਖਣਾ। 70 ਸਾਲ ਦੀ ਇੱਕ ਬਜ਼ੁਰਗ ਮਾਤਾ ਸੀ। ਉਸ ਆਰਾਧਨਾ ਦੇ ਵਿੱਚ ਬੈਠੇ ਔਰ ਉਸ ਆਰਾਧਨਾ ਦੇ ਵਿੱਚ ਗੀਤ ਗਾਉਂਦੇ ਸਮੇਂ ਆਰਾਧਨਾ ਦੇ ਦੌਰਾਨ ਪਰਮੇਸ਼ਰ ਦੀ ਆਤਮਾ ਨੇ ਉਸ ਮਾਤਾ ਨੂੰ ਛੂਹਿਆ ਔਰ ਉਹ ਜਿਸ ਪ੍ਰਕਾਰ ਨਾਲ ਪਵਿੱਤਰ ਆਤਮਾ ਦੇ ਨਾਲ ਭਰੇ, ਇਹਨਾਂ ਜਵਾਨ ਨਹੀਂ ਭਰਦਾ। ਪਰਮੇਸ਼ਰ ਦੀ ਆਤਮਾ ਨੇ ਉਸ ਬਜ਼ੁਰਗ ਮਾਤਾ ਨੂੰ ਇਸ ਤਰ੍ਹਾਂ ਬੋਲੀਆਂ ਦਿੱਤੀਆਂ, ਇਸ ਤਰ੍ਹਾਂ ਆਤਮਾ ਦੇ ਲਹਿਰ ਦੇ ਵਿੱਚ ਉਹ ਬੋਲਣ ਲੱਗ ਪਏ। ਮੇਰਾ ਦਿਲ ਇਹਨਾਂ ਖੁਸ਼ ਹੋਇਆ। ਮੈਂ ਪ੍ਰਭੂ ਦਾ ਧੰਨਵਾਦ ਕੀਤਾ ਕਿ ਸੱਚ ਹੈ ਖੁਦਾਵੰਦਾ ਕਿ ਤੁਸੀਂ ਆਪਣੀ ਆਤਮਾ ਨੂੰ ਹਰ ਬਸ਼ਰ ਦੇ ਉੱਤੇ ਤੁਸੀਂ ਉੰਡੇਲਦੇ ਹੋ। ਇਹ ਸਾਡੀ ਸੋਚ ਹੈ ਜਵਾਨ ਜ਼ਿਆਦਾ ਪ੍ਰਭੂ ਦੀ ਆਰਾਧਨਾ ਕਰ ਸਕਦੇ ਹੈ, ਬਜ਼ੁਰਗ ਨਹੀਂ ਕਰ ਸਕਦੇ। ਐਸਾ ਕੁਝ ਨਹੀਂ ਹੈ। ਜਦ ਪਵਿੱਤਰ ਆਤਮਾ ਕਿਸੇ ਦੇ ਉੱਤੇ ਉਤਰਦਾ ਹੈ ਉਹ ਫਿਰ ਕੋਈ ਉਮਰ ਨਹੀਂ ਦੇਖਦਾ, ਕੋਈ ਕਮਜ਼ੋਰੀ ਨਹੀਂ ਦੇਖਦਾ। ਭਾਵੇਂ ਸਰੀਰ ਕਮਜ਼ੋਰ ਹੈ ਤੇ ਵੀ ਉਹ ਨਿਰਬਲਾਂ ਨੂੰ ਜ਼ੋਰ ਦਿੰਦਾ ਹੈ। ਹਾਲੇਲੂਇਆ, 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 ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਜਾਓ। ਪਵਿੱਤਰ ਆਤਮਾ ਦੇ ਨਾਲ ਕੀ ਹੋ ਜਾਓ? ਭਰਪੂਰ ਹੋ ਜਾਓ। ਮੈਨੂੰ ਜਵਾਬ ਦੇਣਾ, ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਜਾਓ, परिपूर्ण हो जाओ। बी फिल्ड विद द होली स्पिरिट। ਇਹਦਾ ਕੀ ਅਰਥ ਹੈ? ਗੌਰ ਫਰਮਾਨਾ। ਬੀ ਫਿਲਡ ਵਿਦ ਦ ਹੋਲੀ ਸਪਿਰਿਟ, ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋਣ ਜਾਣ ਦਾ ਕੀ ਅਰਥ ਹੈ? ਪਹਿਲੀ ਗੱਲ, ਪਵਿੱਤਰ ਆਤਮਾ ਇੱਕ ਵਿਅਕਤੀ ਹੈ ਔਰ ਪਵਿੱਤਰ ਆਤਮਾ ਦੇ ਕੰਮ ਹਨ। ਪਵਿੱਤਰ ਆਤਮਾ ਇੱਕ ਵਿਅਕਤੀ ਹੁੰਦੇ ਹੋਏ ਔਰ ਪਵਿੱਤਰ ਆਤਮਾ ਦੇ ਕੰਮ ਦੋਨੋਂ ਅਲੱਗ-ਅਲੱਗ ਹੈ। इसका की अर्थ है? पवित्र आत्मा है, पवित्र आत्मा का व्यक्तित्व एक अलग चीज़ है, पवित्र आत्मा के काम एक अलग चीज़ है। किसी व्यक्ति को तौबा दे वल मोड़ना वो पवित्र आत्मा की प्रेरणा के द्वारा ही हो सकता है। कोई व्यक्ति को तौबा दे वल मोड़ना, पापां की पश्चाताप दे वल लैके आना, ये पवित्र आत्मा का काम है। जब तक पवित्र आत्मा किसी के दिल को ना बदले
ਉਹਦਾ ਦਿਲ ਬਦਲ ਨਹੀਂ ਸਕਦਾ, ਉਹਦਾ ਜੀਵਨ ਬਦਲ ਨਹੀਂ ਸਕਦਾ। ਸੋ ਇਟ ਇਜ਼ ਪਿਓਰਲੀ ਦ ਵਰਕ ਆਫ ਦ ਹੋਲੀ ਸਪਿਰਿਟ। ਇਹ ਪਵਿੱਤਰ ਆਤਮਾ ਦਾ ਕੰਮ ਹੈ। ਉਸ ਤੋਂ ਬਾਅਦ ਜਦ ਕੋਈ ਵਿਅਕਤੀ ਤੋਬਾ ਕਰਦਾ ਹੈ, ਬਪਤਿਸਮਾ ਲੈਂਦਾ ਹੈ, ਤਾਂ ਉਸ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਪਾਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਵੀ ਜਦ ਤੋਬਾ ਕੀਤਾ, ਜਦ ਬਪਤਿਸਮਾ ਲੈ ਕੇ ਪਾਣੀ ਤੋਂ ਜਦੋਂ ਉੱਪਰ ਨੂੰ ਆਏ ਤਾਂ ਲਿਖਿਆ ਪਵਿੱਤਰ ਆਤਮਾ ਕਬੂਤਰ ਦੇ ਵਾਂਗੂ ਉਤਰ ਗਿਆ। ਯਿਸੂ ਮਸੀਹ ਦੇ ਉੱਤੇ ਉਤਰ ਕੇ ਆਇਆ। ਸੋ ਪਵਿੱਤਰ ਆਤਮਾ ਦਾ ਅਨੁਭਵ, ਜੋ ਪਵਿੱਤਰ ਆਤਮਾ ਦਾ ਬਪਤਿਸਮਾ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਪਾਣਾ ਬਹੁਤ ਜ਼ਰੂਰੀ ਹੈ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ ਸੀ, ਰਸੂਲਾਂ ਦੇ ਕਰਤੱਵ ਯਹੂਨਾ ਦੀ ਇੰਜੀਲ ਔਰ ਦੇ ਵਿੱਚ ਅਖੀਰ ਦੇ ਵਿੱਚ ਲਿਖਿਆ ਕਿ ਤੁਸੀਂ ਪਵਿੱਤਰ ਆਤਮਾ ਨੂੰ ਪਾਓਗੇ, ਮੈਂ ਇੱਕ ਸਹਾਇਕ ਨੂੰ ਭੇਜਾਂਗਾ ਔਰ ਉਹ ਸਹਾਇਕ ਸਦਾ ਤੁਹਾਡੇ ਨਾਲ ਰਹੇਗਾ। ਉਹ ਸਹਾਇਕ ਪਵਿੱਤਰ ਆਤਮਾ ਹੈ। ਲੇਕਿਨ ਉਹਨਾਂ ਨੂੰ ਇਹ ਵੀ ਕਿਹਾ ਗਿਆ, ਰਸੂਲਾਂ ਦੇ ਕਰਤੱਵ ਪਹਿਲਾ ਬਾਬ ਦੇ ਵਿੱਚ ਲਿਖਿਆ, ਜਦ ਤੱਕ ਤੁਸੀਂ ਪਵਿੱਤਰ ਆਤਮਾ ਦੇ ਸਾਮਰਥ ਨੂੰ ਨਾ ਪਾਓ, ਤੁਸੀਂ ਯਰੂਸ਼ਲਮ ਨੂੰ ਛੱਡ ਕੇ ਨਾ ਜਾਣਾ। ਉਹ ਉਡੀਕ ਰਹੇ ਸਨ। ਉਡੀਕਣ ਵਾਲਿਆਂ ਨੂੰ ਪਵਿੱਤਰ ਆਤਮਾ ਮਿਲਿਆ। ਉਡੀਕਣ ਵਾਲਿਆਂ ਨੂੰ ਪਵਿੱਤਰ ਆਤਮਾ ਮਿਲਿਆ। ਇਹਦਾ ਅਰਥ ਹੈ ਤੋਬਾ ਕਰਨਾ, ਬਪਤਿਸਮਾ ਲੈਣਾ ਕਾਫੀ ਨਹੀਂ ਹੈ, ਲੇਕਿਨ ਪਵਿੱਤਰ ਆਤਮਾ ਦਾ ਬਪਤਿਸਮਾ ਲੈਣਾ ਵੀ ਬਹੁਤ ਜ਼ਰੂਰੀ ਹੈ। ਪਵਿੱਤਰ ਆਤਮਾ ਨੂੰ ਪਾਣਾ ਵੀ ਬਹੁਤ ਕੀ ਹੈ, ਜ਼ਰੂਰੀ ਹੈ। ਪਵਿੱਤਰ ਆਤਮਾ ਪਾਏ ਹੋਏ ਲੋਕਾਂ ਦੀ ਨਿਸ਼ਾਨੀ ਕੀ ਹੈ? ਪਹਿਲੀ ਗੱਲ, ਪਵਿੱਤਰ ਆਤਮਾ ਕਿਵੇਂ ਮਿਲ ਗਿਆ ਹੈ, ਕਿਵੇਂ ਪਤਾ ਲੱਗਦਾ ਹੈ? ਲਿਖਿਆ ਜਦ ਪਵਿੱਤਰ ਆਤਮਾ ਉਤਰ ਕੇ ਆਇਆ, ਉਹ अन्य ਭਾਸ਼ਾ ਬੋਲਣ ਲੱਗੇ। ਅਰਥ ਹੈ ਉਹਨਾਂ ਦੀ ਜ਼ੁਬਾਨ ਬਦਲ ਗਈ। ਉਹ अन्य ਭਾਸ਼ਾ ਦੇ ਵਿੱਚ ਖੁਦਾ ਦੀ ਆਰਾਧਨਾ ਕਰਨ ਲੱਗ ਪਏ। ਹੁਣ ਜੇ ਤੁਸੀਂ ਪਵਿੱਤਰ ਆਤਮਾ ਨੂੰ ਪਾ ਲਿਆ, ਪਵਿੱਤਰ ਆਤਮਾ ਦਾ ਬਪਤਿਸਮਾ ਨੂੰ ਪਾਇਆ, ਕਿ ਇੱਕੋ ਵਾਰੀ ਇੰਸੀਡੈਂਟ ਹੈ, ਇੱਕੋ ਵਾਰੀ ਇਵੈਂਟ ਹੈ ਕਿ ਉਸ ਜਗ੍ਹਾ ਦੇ ਵਿੱਚ ਖਤਮ ਹੋ ਜਾਂਦਾ ਹੈ? ਨਹੀਂ, ਐਸਾ ਨਹੀਂ ਹੈ। ਬਾਰੰਬਾਰ ਅਸੀਂ ਪਵਿੱਤਰ ਆਤਮਾ ਦੀ ਸਾਮਰਥ ਨੂੰ ਪਾਉਂਦੇ ਰਹਿੰਦੇ ਹਾਂ। ਹਾਲੇਲੂਇਆ। ਇਸ ਲਈ ਲਿਖਿਆ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਜਾਓ। ਉਹਦੇ ਬਾਰੇ ਅਸੀਂ ਦੇਖਾਂਗੇ। ਉਹ ਜਿਹੜਾ ਲਿਖਿਆ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੋ ਜਾਓ, ਉਹਦਾ ਕੀ ਅਰਥ ਹੈ? ਉਹ ਜਿਹੜਾ ਗ੍ਰੀਕ ਦਾ ਯੂਨਾਨੀ ਭਾਸ਼ਾ 'ਚ ਜਿਹੜਾ ਉਹਦਾ ਗ੍ਰਾਮਰ, ਉਹਦਾ ਵਿਆਕਰਣ ਹੈ, ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੈ, ਪ੍ਰੈਜ਼ੈਂਟ ਕੰਟੀਨਿਊਅਸ। ਉਸਦਾ ਅਰਥ ਹੈ ਵਰਤਮਾਨ ਦੇ ਵਿੱਚ ਹੈ। ਇੱਕ ਵਾਰ ਪਾਏ ਹੋਏ ਵਿਅਕਤੀ ਨਹੀਂ। ਜਦ ਤੁਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਆਓ, ਤਦ ਤੁਸੀਂ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੁੰਦੇ ਰਹਿਣਾ। ਹਾਲੇਲੂਇਆ। ਜਦ ਤੁਸੀਂ ਖੁਦਾ ਦੇ ਕੋਲ ਆਓ, ਤਦ ਤੁਸੀਂ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੁੰਦੇ ਰਹਿਣਾ। ਇਹੀ ਗੱਲ ਹੋਇਆ ਰਸੂਲਾਂ ਦੇ ਕਰਤੱਵ 2 ਬਾਬ ਦੇ ਵਿੱਚ, ਜਦ ਸੰਗਤਾਂ ਨੇ, ਯਿਸੂ ਮਸੀਹ ਦੇ ਚੇਲਿਆਂ ਨੇ ਪਵਿੱਤਰ ਆਤਮਾ ਨੂੰ ਪਾਇਆ। ਉਸ ਤੋਂ ਬਾਅਦ ਲਿਖਿਆ ਹੈ, ਪੜਾਂਗੇ ਰਸੂਲਾਂ ਦੇ ਕਰਤੱਵ 4 ਬਾਬ, ਐਕਟਸ ਆਫ ਦ ਐਪੋਸਟਲਸ ਚੈਪਟਰ 4 वर्स 8, रसूलों के कर्तव्य 4 की 8 आयत से पढ़ाएंगे। तब पतरस ने पवित्र आत्मा से परिपूर्ण होकर उनसे कहा, हे लोगों के सरदारों और पूर्णियों, इस दुर्बल मनुष्य के साथ जो भलाई की गई है, यदि आज हम में से उसके विषय में पूछताछ की जाती है कि वह कैसे अच्छा हुआ। बस इधर से देखते हाँ, रसूलों के कर्तव्य 2 बाब दे विच पतरस पहली बार खड़ा होकर प्रचार कर रहा है। 3000 लोग बचाए गए पवित्र आत्मा की सामर्थ नाल। 4 अध्याय के दौरान असीं एक गल नूं पढ़ते हाँ, पतरस और यूहन्ना एक जगह च गए और उस जगह दे विच एक जन्म दा लंगड़ा सी, और वो जन्म दा लंगड़ा पतरस और यूहन्ना कोलों भीख मंग रहा सी। पतरस ने उहदे वल अख लगा के टकटकी लगा के क्या, सोना और चांदी और सोना तो साडे कोल नहीं है, पर जो है अर्थात यीशु मसीह दे नाम दे विच उठ और चल फिर। ओदी बांह फड़ी और ओदे लिखिया ओदे घुटने च बल आया और चलन फिरन लग पिया। ये चमत्कार जदों होया बड़ा रौला पै गया, बहुत हाहाकार हो गई। जब ये सब कुछ होया, पतरस नूं लोकां दे सामने और बड़े वड्डे लोकां दे सामने नूं खड़ा किया गया। लिखिया पतरस पवित्र आत्मा दे नाल परिपूर्ण होकर उन्होंने जवाब दिता। किस तरह? परिपूर्ण पवित्र आत्मा दे नाल भरपूर हो के पवित्र आत्मा ने पतरस नूं बोलन दे लई दलेरी दिती। बोलन दे लई दलेरी। सो पवित्र आत्मा नूं परिपूर्णता किस चीज लई चाहिदी है? क्योंकि जीवन दे कई ऐसे सवाल हन, जीवन दे कई ऐसे मसले हन जिस दा सामना करने के लिए सानू दलेरी चाहिए है। वो दलेरी किवें हो सकता है? जब पवित्र आत्मा ही सानू दलेरी बख्शेगा। हालेलुया हालेलुया हालेलुया। अच्छा चल लिखा, जब तुम फड़ाए जाओगे पवित्र आत्मा तुहानू बोलना सिखाएगा। किस तरह बोलना है, की बोलना है। सो पहली गल, पवित्र आत्मा की परिपूर्णता किस लिए चाहिए है?
ਤਾਂ ਕਿ ਖੁਦਾ ਸਾਨੂੰ ਬੋਲਣ ਦੇ ਲਈ ਦਲੇਰੀ ਦੇ ਸਕੇ। ਆਮੇਨ। ਹਾਲੇਲੂਇਆ। ਹਾਲੇਲੂਇਆ। ਸਾਰੇ ਬੋਲਾਂਗੇ ਪਵਿੱਤਰ ਆਤਮਾ ਦੀ ਭਰਪੂਰੀ ਪਵਿੱਤਰ ਆਤਮਾ ਦੀ ਭਰਪੂਰੀ ਸਾਨੂੰ ਇਸ ਲਈ ਚਾਹੀਦੀ ਹੈ ਸਾਨੂੰ ਇਸ ਲਈ ਚਾਹੀਦੀ ਹੈ ਤਾਂ ਕਿ ਅਸੀਂ ਦਲੇਰੀ ਦੇ ਨਾਲ ਬੋਲ ਸਕੀਏ। ਦਲੇਰੀ ਨਾਲ ਬੋਲ ਸਕੀਏ। ਦਲੇਰੀ ਦੇ ਨਾਲ ਬੋਲ ਸਕੀਏ। ਪਵਿੱਤਰ ਆਤਮਾ ਦੀ ਪਰਿਪੂਰਨਤਾ ਕਿਸ ਲਈ ਚਾਹੀਦੀ ਹੈ? ਪਵਿੱਤਰ ਆਤਮਾ ਦੀ ਪਰਿਪੂਰਨਤਾ ਇਸ ਲਈ ਚਾਹੀਦੀ ਹੈ ਤਾਂ ਕਿ ਅਸੀਂ ਖੁਸ਼ਖਬਰੀ ਨੂੰ ਦਲੇਰੀ ਦੇ ਨਾਲ ਸੁਣਾ ਸਕੀਏ। ਹਾਲੇਲੂਇਆ। ਹਾਲੇਲੂਇਆ। ਦੂਸਰੀ ਜਗ੍ਹਾ ਦੇ ਵਿੱਚ ਅਸੀਂ ਇਸ ਪ੍ਰਕਾਰ ਨਾਲ ਪੜ੍ਹਦੇ ਹਾਂ, ਪੌਲਸ ਸ਼ਾਉਲ ਜੋ ਪਹਿਲਾ ਸੀ, ਰਸੂਲਾਂ ਦੇ ਕਰਤੱਵ 9 ਬਾਬ ਦੇ ਵਿੱਚ ਇੱਕ ਇਨਸੀਡੈਂਟ ਹੋਇਆ। ਸ਼ਾਉਲ ਕਲੀਸਿਆ ਨੂੰ ਸਤਾਣੇ ਵਾਲਾ ਵਿਅਕਤੀ, ਲੇਕਿਨ ਉਸ ਜਗ੍ਹਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਖੁਦ ਦਰਸ਼ਨ ਦੇ ਕੇ ਔਰ ਵਚਨ 'ਚ ਲਿਖਿਆ ਉਸ ਨੂੰ ਫੜਿਆ। ਇਹ ਸ਼ਾਉਲ ਅੰਨਾ ਹੋ ਗਿਆ ਔਰ ਉਹਦੀ ਅੱਖਾਂ ਦੇ ਅੱਗੇ ਛਿਲਕਾ ਸੀ, ਲੇਕਿਨ ਉਸ ਨੂੰ ਠੀਕ ਕਰਨ ਦੇ ਲਈ ਖੁਦਾ ਨੇ ਦੂਸਰੇ ਬੰਨੇ ਅਨਨਿਆਸ ਨੂੰ ਉਸ ਜਗ੍ਹਾ ਦੇ ਵਿੱਚ ਭੇਜਿਆ ਤਾਂ ਕਿ ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰ ਸਕੇ ਔਰ ਉਹਦੀ ਅੱਖਾਂ ਤੋਂ ਛਿਲਕਾ ਲੱਥ ਸਕੇ। ਉਹਦਾ ਛਿਲਕਾ ਲੱਥ ਗਿਆ। ਫਿਰ ਲਿਖਿਆ ਰਸੂਲਾਂ ਦੇ ਕਰਤੱਵ 13 ਬਾਬ ਦੇ ਵਿੱਚ ਇੱਕ ਹੋਰ ਘਟਨਾ ਹੋ ਰਿਹਾ ਹੈ। ਪੌਲਸ ਨੂੰ ਖੁਦਾ ਇੱਕ ਟਾਪੂ ਦੇ ਵਿੱਚ ਲੈ ਕੇ ਗਿਆ, ਸੋਨਾ ਨਹੀਂ, ਠੀਕ ਹੈ, ਸੋਨਾ ਨਹੀਂ, ਇੱਕ ਟਾਪੂ 'ਚ ਲੈ ਕੇ ਗਿਆ। ਉਸ ਜਗ੍ਹਾ ਦੇ ਜਦੋਂ ਲੈ ਕੇ ਗਿਆ ਤਾਂ ਵਚਨ 'ਚ ਲਿਖਿਆ ਕੁਝ ਜਾਦੂਗਰ ਸੀ ਔਰ ਉਸਨੇ ਇੱਕ ਬੜਾ ਵੱਡਾ ਇੱਕ ਮੰਤਰੀ ਵੀ ਸੀ। ਉਸਨੇ ਪੌਲਸ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ, ਕਹਿੰਦੇ ਮੈਂ ਵਚਨ ਸੁਣਨਾ ਹੈ, ਕੀ ਗੱਲਾਂ ਕਰਦੇ ਹਨ। ਸੋ ਜਦੋਂ ਵਚਨ ਸੁਣਨ ਦੇ ਲਈ ਆਪਣੇ ਘਰ 'ਚ ਲੈ ਕੇ ਆਇਆ, ਉਸ ਜਗ੍ਹਾ ਦੇ ਵਿੱਚ ਇੱਕ ਹੋਰ ਬੰਦਾ ਆਇਆ, ਐਲੀਮਾਸ ਨਾਮਕ ਇੱਕ ਜਾਦੂਗਰ। ਉਹ ਆ ਕੇ ਪੌਲਸ ਦਾ ਵਿਰੋਧ ਕਰਨ ਦੇ ਲਈ ਆਇਆ। ਪੌਲਸ ਦਾ ਵਿਰੋਧ ਕਰਨ ਲਈ ਆਇਆ। ਜਾਦੂਗਰ ਵਿਰੋਧ ਕਰਨ ਦੇ ਲਈ ਆਇਆ। ਲਿਖਿਆ ਰਸੂਲਾਂ ਦੇ ਕਰਤੱਵ 13 ਦੀ 9 'ਚ ਲਿਖਿਆ, ਪੌਲਸ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ ਉਹਦਾ ਸਾਹਮਣਾ ਕੀਤਾ। ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ ਸਾਹਮਣਾ ਕੀਤਾ। ਉਹਦਾ ਕੀ ਅਰਥ ਸੀ? ਜੇ ਤੁਸੀਂ ਸ਼ੈਤਾਨ ਦਾ ਔਰ ਸ਼ੈਤਾਨ ਦੀਆਂ ਚਾਲਾਂ ਦਾ ਸਾਹਮਣਾ ਕਰਨਾ ਹੈ, ਖਾਲੀ ਪਾਂਡੇ ਦੇ ਨਾਲ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਪਵਿੱਤਰ ਆਤਮਾ ਦੀ ਪਰਿਪੂਰਨਤਾ ਦੇ ਨਾਲ ਸ਼ੈਤਾਨ ਦਾ ਸਾਹਮਣਾ ਕਰਨਾ। ਬਹੁਤ ਵਾਰੀ ਕਈ ਲੋਕ ਕਈ ਚੀਜ਼ਾਂ ਤੋਂ ਡਰ ਜਾਂਦੇ ਹੈ। ਕਈ ਚੀਜ਼ਾਂ ਤੋਂ ਡਰ ਜਾਂਦੇ ਆ। ਡਰਦੇ, ਬਹੁਤ ਸਾਰੀਆਂ ਚੀਜ਼ਾਂ ਤੋਂ ਡਰ ਜਾਂਦੇ ਹੈ। ਇੱਧਰ ਕੋਈ ਸ਼ੈਤਾਨ ਦਾ ਜਕੜਾ ਹੈ ਤੇ ਕਈ ਲੋਕ ਤੇ ਭੱਜ ਜਾਣਗੇ। ਹੈ ਡਰ ਆਏਗਾ, ਕਿਸੇ ਦੇ ਅੰਦਰ ਦੁਸ਼ਟ ਆਤਮਾ ਆਇਆ, ਸਾਨੂੰ ਲੱਗੇਗਾ ਮੇਰੇ ਤੇ ਨਾ ਚੜਾਈ। ऐसा कभी किसी ने ख्याल नहीं करना, किसी ने ख्याल नहीं करना। कौन करेगा ऐसा? ਜਿਹੜਾ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਨਹੀਂ ਹੈ। ਜਿਹੜਾ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੈ ਉਹ ਸ਼ੈਤਾਨ ਦਾ ਸਾਹਮਣਾ ਕਰੇਗਾ। ਉਹ ਸ਼ੈਤਾਨ ਦਾ ਕੀ ਕਰੇਗਾ? ਸਾਹਮਣਾ ਕਿਉਂਕਿ ਕਰੇਗਾ। ਵਚਨ 'ਚ ਲਿਖਿਆ ਪ੍ਰਭੂ ਦੇ ਅਧੀਨ ਹੋ ਜਾਓ ਔਰ ਸ਼ੈਤਾਨ ਦਾ ਸਾਹਮਣਾ ਕਰੋ। ਸ਼ੈਤਾਨ ਦਾ ਸਾਹਮਣਾ ਕਰੋ। ਸੋ ਪਵਿੱਤਰ ਆਤਮਾ ਦੀ ਪਰਿਪੂਰਨਤਾ ਕਿਸ ਚੀਜ਼ ਲਈ ਚਾਹੀਦੀ ਹੈ? ਤਾਂ ਕਿ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕੀਏ। ਹਾਲੇਲੂਇਆ, 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 ਹਾਲੇਲੂਇਆ। ਜਿਨ੍ਹਾਂ ਨੇ ਪਵਿੱਤਰ ਆਤਮਾ ਦੇ ਸਾਮਰਥ ਨੂੰ ਨਹੀਂ ਪਾਇਆ, ਬੜਾ ਖਾਲੀ ਜੀਵਨ ਹੈ। ਬਹੁਤ ਕੀ ਹੈ? ਖਾਲੀ ਜੀਵਨ ਹੈ। ਖਾਲੀ ਜੀਵਨ ਹੈ। ਇਸ ਖਾਲੀ ਜੀਵਨ ਨੂੰ ਛੱਡੋ, ਪਵਿੱਤਰ ਆਤਮਾ ਦੇ ਸਾਮਰਥ ਨਾਲ ਆਪਣੇ ਜੀਵਨ ਨੂੰ ਭਰ ਦਿਓ। ਤੁਸੀਂ ਕਈ ਜਗ੍ਹਾ ਦੇ ਵਿੱਚ ਦੇਖਿਆ ਹੋਵੇਗਾ, ਕਈ ਮਾਲਸ ਹੋਣਗੇ, ਸਾਡੇ ਚਰਚ ਦੇ ਵਿੱਚ ਵੀ ਹੈ ਉਹ ਚੀਜ਼, ਫਾਇਰ ਐਕਸਟਿੰਗੁਇਸ਼ਰ। ਕਈ ਪੈਟਰੋਲ ਪੰਪ ਦੇ ਵਿੱਚ ਵੀ ਤੁਸੀਂ ਦੇਖਿਆ ਨਾ, ਬਾਲਟੀ ਰੱਖੀ ਹੁੰਦੀ ਲਾਲ ਰੰਗ ਦੀ, ਹੈ ਨਾ, ਦੀਵਾਰ ਦੇ ਵਿੱਚ ਬਾਲਟੀ, ਉਹਦੇ ਵਿੱਚ ਕੀ ਭਰਦੇ ਆ? ਰੇਤ ਭਰਦੇ ਆ। ਕਿਉਂ ਭਰਦੇ? ਕੋਈ ਅੱਗ ਨੂੰ ਬੁਝਾਉਣ ਵਾਸਤੇ। ਲੇਕਿਨ ਉਹਦੇ ਉੱਪਰ ਲਿਖਿਆ ਨਾ ਫਾਇਰ। ਉਹ ਤਾਂ ਅੱਗ ਹੈ, ਲੇਕਿਨ ਉਹ ਅੱਗ ਤੋਂ ਨਾ ਕਰਦਾ ਹੈ, ਉਹ ਅੱਗ ਨੂੰ ਬੁਝਾਉਂਦਾ ਹੈ। ਉਹ ਅੱਗ ਨੂੰ ਬੁਝਾਉਂਦਾ ਹੈ। ਲਾਲ ਬਾਲਟੀ ਹੈ, ਉੱਪਰ ਲਿਖਿਆ ਫਾਇਰ, ਅੰਦਰ ਰੇਤ ਹੈ। ਅੱਗ ਨੂੰ ਵਧਾਉਣ ਲਈ ਨਹੀਂ ਹੈ, ਅੱਗ ਨੂੰ ਬੁਝਾਉਣ ਵਾਸਤੇ। ਇਸੇ ਤਰ੍ਹਾਂ ਕਈਆਂ ਦਾ ਜੀਵਨ ਹੈ, ਬਾਹਰ ਹੈ ਫਾਇਰ, ਲੇਕਿਨ ਉਹਨਾਂ ਦਾ ਕੰਮ ਅੱਗ ਲਗਾਉਣਾ ਨਹੀਂ ਹੈ, ਅੱਗ ਨੂੰ ਬੁਝਾਉਣਾ। ਜਿਹੜੇ ਆਤਮਾ ਦੇ ਨਾਲ ਪਰਿਪੂਰਨ ਹੈ ਉਹਨਾਂ ਨੂੰ ਵੀ ਬੁਝਾਓ, ਇਹ ਕੰਮ ਹੈ ਉਹਨਾਂ ਦਾ, ਇਹ ਕੰਮ ਹੈ। ਮੈਂ ਕਈ ਵਾਰੀ ਦੇਖਦਾ ਕਈ ਲੋਕ ਗਵਾਹੀ ਦਿੰਦੇ ਆ, ਆਤਮਾ ਦੇ ਨਾਲ ਭਰਪੂਰ ਹੋ ਕੇ ਵੀ ਗਵਾਹੀ ਦਿੰਦੇ। ਜਿਹੜੇ ਕਦੀ ਗਵਾਹੀ ਨਾ ਦਿੱਤੇ ਹੁੰਦੇ ਉਹ ਟੀਚਰਾਂ ਜ਼ਿਆਦਾ ਹੀ ਕਰਦੇ ਆ। ਆਪ ਤੇ ਕਦੀ ਖਲੋ ਨਹੀਂ ਸਕਦੇ, ਆਪ ਤੇ ਕਦੀ ਖਲੋ ਨਹੀਂ ਸਕਦੇ ਤੇ ਜਿਹੜਾ ਗਵਾਹੀ ਦੇਵੇ ਉਹਨੂੰ ਟੀਚਰਾਂ ਕਰਦੇ, ਉਹਦੇ ਟੀਚਰਾਂ ਕਰਦੇ ਆ। ਡੋਂਟ ਡੂ ਦੈਟ। ਐਸਾ ਕਦੀ ਵੀ ਨਹੀਂ ਕਰਨਾ। ਜੇ ਤੁਸੀਂ ਆਤਮਾ ਦੇ ਨਾਲ ਭਰਪੂਰ ਹੋ, ਤੁਹਾਡੇ ਉੱਤੇ ਟੈਗ ਨਹੀਂ ਲੱਗਾ, ਤੁਸੀਂ ਆਤਮਾ ਦੇ ਨਾਲ ਭਰਪੂਰਨ ਵਿਅਕਤੀ ਹੋ। ਹਾਲੇਲੂਇਆ, ਹਾਲੇਲੂਇਆ। ਵਚਨ 'ਚ ਲਿਖਿਆ ਹੈ, ਆਤਮਿਕ ਵਿਅਕਤੀ ਆਤਮਿਕ ਗੱਲਾਂ ਨੂੰ ਸਮਝਦਾ ਹੈ। ਆਤਮਿਕ ਵਿਅਕਤੀ ਆਤਮਿਕ ਗੱਲਾਂ ਨੂੰ ਸੋਚਦਾ ਹੈ। ਆਤਮਿਕ ਵਿਅਕਤੀ ਆਤਮਿਕ ਗੱਲਾਂ ਨੂੰ ਸਮਝੇਗਾ, ਉਹ ਕੈਚ ਕਰੇਗਾ। ਇੱਕ ਛੋਟੀ ਜਿਹੀ ਚਿੰਗਾਰੀ ਪੂਰੇ ਸਰੀਰ ਨੂੰ ਅੱਗ ਲਗਾਏਗਾ। ਹਾਲੇਲੂਇਆ, 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 ਹਾਲੇਲੂਇਆ।
ਪਵਿੱਤਰ ਆਤਮਾ ਦੀ ਪਰਿਪੂਰਨਤਾ ਨੂੰ ਪਾਉਣ ਦੇ ਲਈ ਹਰ ਇੱਕ ਨੂੰ ਹੁਕਮ ਦਿੱਤਾ ਗਿਆ ਹੈ। ਦੂਸਰੀ ਗੱਲ ਮੈਂ ਪਹਿਲੇ ਕਿਹਾ, ਇਹ ਪ੍ਰੈਜ਼ੈਂਟ ਕੰਟੀਨਿਊਸ ਹੈ, ਵਰਤਮਾਨ ਦੇ ਵਿੱਚ ਹੈ। ਦੂਸਰੀ ਗੱਲ ਕੀ ਹੈ? ਬੀ ਫਿਲਡ ਵਿਦ ਦ ਹੋਲੀ ਸਪਿਰਿਟ, ਲਿਖਿਆ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਜਾਓ। परिपूर्ण हो जाओ। एक की चीज है, पवित्र आत्मा दे नाल परिपूर्ण होने का अर्थ है इट इज अ कमांड नॉट अ सजेशन। ਉਹਦਾ अर्थ ये है, एक हुक्म है, सलाह नहीं है। सलाह नहीं है, पवित्र आत्मा दे नाल परिपूर्ण हो जाओ, ये कोई सलाह नहीं है पर की है? हुक्म है। ਹੁਣ ਗੌਰ ਕਰਨਾ, ਔਰ ਮੇਰੇ ਪਿੱਛੇ ਪਿੱਛੇ ਵੀ ਤੁਸੀਂ ਬੋਲ ਸਕਦੇ ਹੋ। ਜਦ ਕਦੇ ਪਰਮੇਸ਼ਰ ਕਿਸੇ ਨੂੰ ਹੁਕਮ ਦਿੰਦਾ ਤੇ ਤਿੰਨ ਚੀਜ਼ਾਂ ਦੇ ਲਈ ਦਿੰਦਾ ਹੈ। पहली गल सारे मेरे पीछे बोलांगे, जद पवित्र आत्मा जद परमेश्वर कोई हुक्म देता है तो वो परमेश्वर दी महिमा लई है, वो परमेश्वर दी महिमा लई है, वो परमेश्वर दी महिमा लई है। दूसरी गल बोलो, दूसरी गल जद परमेश्वर कोई हुक्म देता है, वो साडी भलाई लई है, तीसरी गल जद परमेश्वर कोई हुक्म देता है, तो उस दे लई खुदा इंतजाम भी करता है। समझ आ रहे हैं? परमेश्वर ने कोई सलाह नहीं दी, परमेश्वर ने हुक्म दिता है, बी फिल्ड विद द होली स्पिरिट। परमेश्वर ने यह हुक्म दिता है कि तुसी पवित्र आत्मा दे नाल परिपूर्ण हो जाओ। सो जे तुसी पवित्र आत्मा दे नाल परिपूर्ण होगे, जे हुक्म नू मानते हो, तो नंबर 1 पहली गल ये होएगी, इस दे नाल केदी महिमा होएगी? परमेश्वर दी महिमा। केदी महिमा होएगी? परमेश्वर दी। इसलिए ते उस अनपढ़ पतरस ने जान के लोकां ने कहा ये तो अनपढ़ व्यक्ति है, ये तो साधारण व्यक्ति है, इसनू छड़ दिओ कहा। लेकिन जब वापस आया अपने मंडली दे विच गया, उधर लिखा वो भी सब पवित्र आत्मा दे नाल परिपूर्ण सी। हालेलुया, हालेलुया। ਇਹਦਾ ਕੀ अर्थ है? खुदा सिर्फ अनपढ़ां ਨੂੰ छुएगा, खुदा पढ़े लिखे ਨੂੰ नहीं छुएगा? नहीं, ये अर्थ नहीं है। ਉਹਦਾ अर्थ है खुदा साधारण होवे, असाधारण होवे, पढ़िया लिखा होवे, अनपढ़ होन, खुदा किसी का लिहाज नहीं करता। जिसनू खुदा ने अपनी आत्मा दे नाल पढ़ना है, वो आत्मा दे नाल जरूर पढ़ेगा। हालेलुया, 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 हालेलुया। परमेश्वर ने अनपढ़ पतरस ਨੂੰ इस्तेमाल किया, परमेश्वर ने पढ़े लिखे पौलुस ਨੂੰ भी पवित्र आत्मा दी भरपूरी दी। बहुत सारे लोग इस प्रकार दे नाल टिचरां भी करदे, मैं देखिया खास करके पेंटिकोस्टल लोकां दा ज़्यादा मजाक उड़ाते हैं। नाम दे मसीह लोग की करनगे? मजाक उड़ा। ये अनपढ़ लोग है, इन्हां नूं आत्मा उतरदा क्योंकि इन्हां नूं कुछ भी पता। पर मैं तुहानूं दसां, हुण ज़माना बदल रहा है, हुण ज़माना बदल रहा है। हुण तुसीं हर जगह दे विच देखकर तुसीं स्टैटिस्टिक्स नूं पढ़ के देखो, सब तो ज़्यादा मसीहां दे विच किहनां दी गिनती है पता? पेंटिकोस्टल कौन है? रूह पाक पाए हुए लोग। पवित्र आत्मा नूं पाए हुए लोकां नूं पेंटिकोस्टल किया जाता है। किहनां नूं? पवित्र आत्मा पाए हुए लोग। पवित्र आत्मा नू पाए हुए लोकां नू ही पेंटिकोस्टल लोग कहा जाता है। सो ये लहर जो चल रहा है, ये किसी व्यक्ति की लहर नहीं है, ये पवित्र आत्मा दा लहर है। हालेलुया, 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 हालेलुया। जेकर किसी दे अंदर पवित्र आत्मा काम नहीं कर रहा, किसी कलीसिया दे अंदर कोई वादा नहीं हो रहा, ये तुम्हारी गलती नहीं है, ये साडी गलती नहीं है। इस जगह च नहीं, ये पवित्र आत्मा अपना काम कर रहा है। जेकर तुसी अपने दिल नू बंद करके रखिया, अपने दरवाजे नू बंद करके रखिया, पवित्र आत्मा तुहाडे दरवाजे नू खड़कांदा रहा, तुसी बुआ खोलिया ही नहीं। यू आर नॉट सेंसिटिव टू द पावर ऑफ द होली स्पिरिट। तुसी पवित्र आत्मा दे लई संवेदनशील ही नहीं सी। पवित्र आत्मा दे अनुभव नू पाण दे लई रुकावट की है। पढ़ांगे असी नीति वचन, कहो तां नीति वचन 13 ਦੀ 10 आयत नू पढ़ांगे। नीति वचन 13 ਦੀ 10 आयत। ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਉਹਨਾਂ ਨਾਲ ਬੁੱਧ ਹੈ। ਜਿਹੜੇ ਸਲਾਹ ਨੂੰ ਮੰਨਦੇ ਹਨ ਉਹਨਾਂ ਨਾਲ ਬੁੱਧ ਹੈ, ਉਹਨਾਂ ਨਾਲ ਬੁੱਧ ਹੈ। the presence of ego, ਅਹਮ ਦਾ ਹਜ਼ੂਰੀ, ਕਮੰਡ ਤੁਹਾਨੂੰ ਕਦੇ ਵੀ ਪਵਿੱਤਰ ਆਤਮਾ ਦੇ ਨਾਲ ਭਰਪੂਰ ਨਹੀਂ ਕਰੇਗਾ। ਜੇਕਰ ਤੁਸੀਂ ਪੁਰਾਣਾ ਨਿਯਮ ਪੜੋ, ਨया ਨਿਯਮ ਪੜੋ, ਜਦੋਂ ਵੀ ਇੱਕ ਵਿਅਕਤੀ ਕਮੰਡ ਦੇ ਵਿੱਚ ਆ ਕੇ ਆਪਣੇ ਦਿਲ ਨੂੰ ਬੰਦ ਕੀਤਾ, पवित्र आत्मा ने काम नहीं किया। पवित्र आत्मा ने काम नहीं किया। जदों एक व्यक्ति ने अपने आप को शून्य किया, पवित्र आत्मा उसे वेले काम करना शुरू होया। हालेलुया। जब तुसी पवित्र आत्मा दे नाल भरपूर होंदे हो, तां तुहानूं समझ लगदा है मैं प्रार्थना इधर करदा हां, खुदा उधर दुआ नूं सुनदा और उत्तर किते होर मिलदा है।
ਉੱਤਰ ਹੋਰ ਕਿਤੇ ਪ੍ਰਾਰਥਨਾ ਕਿੱਧਰ ਕਰਦੇ ਹੋ ਇੱਧਰ ਕਰਦੇ ਤੁਸੀਂ ਇੱਧਰ ਕਰਦੇ ਹੋ ਪ੍ਰਾਰਥਨਾ ਸੁਣਾਈ ਕਿੱਧਰ ਦਿੰਦਾ ਉਧਰ ਉੱਧਰ ਔਰ ਉੱਤਰ ਕਿੱਧਰ ਮਿਲਦਾ ਹੈ ਹੋਰ ਕਿਤੇ ਕਿਤੇ ਹੋਰ ਕਹਿਣ ਦਾ ਕੀ ਅਰਥ ਹੈ ਜਦ ਤੁਸੀਂ ਪ੍ਰਭੂ ਦੇ ਅੱਗੇ ਨੀਵੇਂ ਹੋ ਕੇ ਪ੍ਰਾਰਥਨਾ ਕਰਦੇ ਹੋ ਤਾਂ ਵਚਨ 'ਚ ਲਿਖਿਆ ਜੇਕਰ ਮੇਰੀ ਪ੍ਰਜਾ ਦੇ ਲੋਕ ਜਿਹੜੇ ਮੇਰੇ ਕਹਿਲਾਏ ਜਾਂਦੇ ਹਨ ਅਧੀਨ ਹੋ ਕੇ ਪ੍ਰਾਰਥਨਾ ਕਰਨ ਕਿਸ ਤਰ੍ਹਾਂ ਅਧੀਨ ਹੋ ਕੇ ਪ੍ਰਾਰਥਨਾ ਕਰਨ स्वर्ग ਦੇ ਦਰਸ਼ਨ ਦੇ ਚਾਹਵੰਤ ਹੋ ਜਾਣ ਆਪਣੇ ਪਾਪ ਨੂੰ ਛੱਡ ਦੇਣ ਤਾਂ ਮੈਂ स्वर्ग ਤੋਂ ਸੁਣਾਂਗਾ ਉਹਨਾਂ ਦੇ ਪਾਪ ਨੂੰ ਮਾਫ ਕਰਾਂਗਾ क्षमा ਕਰਾਂਗਾ ਔਰ ਉਹਨਾਂ ਦੇ ਦੇਸ਼ ਨੂੰ ਬਹਾਲ ਕਰਾਂਗਾ ਦੇਸ਼ ਨੂੰ ਤੁਸੀਂ ਜਿੱਥੇ ਬੈਠੇ ਹੋ ਉਧਰ ਤੁਹਾਨੂੰ ਜਵਾਬ ਨਹੀਂ ਮਿਲੇਗਾ ਜਿੱਧਰ ਨਹੀਂ ਬੈਠੇ ਹੋ ਉਧਰੋਂ ਦੀ ਖੁਦਾ ਤੁਹਾਨੂੰ ਜਵਾਬ ਲੈ ਕੇ ਆਏਗਾ ਹਾਲੇਲੂਇਆ ਹਾਲੇਲੂਇਆ ਲੇਕਿਨ ਅਹੰਕਾਰ ਸਾਨੂੰ ਖੁਦਾ ਦੀ ਆਰਾਧਨਾ ਕਰਨ ਤੋਂ ਰੋਕਦਾ ਹੈ ਅਹੰਕਾਰ ਸਾਨੂੰ ਪਵਿੱਤਰ ਆਤਮਾ ਦੀ ਭਰਪੂਰੀ ਤੋਂ ਰੋਕਦਾ ਹੈ ਪਿਆਰੇ ਰੱਬ ਦੇ ਲੋਕੋ ਜਦ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਅੱਗੇ ਨੀਵਾ ਕਰੋਗੇ ਪਵਿੱਤਰ ਆਤਮਾ ਵਿਲ ਟੇਕ ਕੰਟਰੋਲ ਪਵਿੱਤਰ ਆਤਮਾ ਆਪਣੇ ਆਪ ਤੁਹਾਡੇ ਉੱਤੇ ਕੰਟਰੋਲ ਕਰੇਗਾ ਸਭ ਤੋਂ ਖੂਬਸੂਰਤ ਉਹ ਵਚਨ ਮੈਨੂੰ ਲੱਗਦਾ ਹੈ ਲਿਖਿਆ ਦਾਊਦ ਰਾਜਾ ਬਣਨ ਤੋਂ ਪਹਿਲਾਂ ਸ਼ਾਉਲ ਦੇ ਦਰਬਾਰ ਦੇ ਵਿੱਚ ਜਦ ਸਾਜ਼ ਵਜਾਉਂਦਾ ਸੀ ਤਾਂ ਕਿਸੇ ਦੇ ਅੰਦਰੋਂ ਦੁਸ਼ਟ ਆਤਮਾ ਨਿਕਲਦੀ ਹੈ ਕਿਹਦੇ ਅੰਦਰੋਂ ਸ਼ਾਉਲ ਰਾਜਾ ਦੇ ਅੰਦਰ ਸ਼ਾਉਲ ਦੇ ਅੰਦਰੋਂ ਦਾਊਦ ਇੱਥੇ ਖੁਦਾ ਦੀ ਆਰਾਧਨਾ ਕਰ ਰਿਹਾ ਹੈ ਦੂਸਰੇ ਬੰਨੇ ਸ਼ਾਉਲ ਦੇ ਅੰਦਰੋਂ ਦੁਸ਼ਟ ਆਤਮਾ ਨਿਕਲ ਰਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਆਰਾਧਨਾ ਦਾ ਦੁਸ਼ਟ ਆਤਮਾ ਦੇ ਨਾਲ ਕੀ ਲਿੰਕ ਹੋਇਆ ਉਹਦਾ ਲਿੰਕ ਇਹ ਸੀ ਜਦ ਤੁਸੀਂ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੋ ਕੇ ਆਰਾਧਨਾ ਕਰਦੇ ਹੋ ਤੁਸੀਂ ਮਹਿਮਾ ਕਿਹਦੀ ਕਰ ਰਹੇ ਹੋ ਪਰਮੇਸ਼ਵਰ ਦੀ ਕਿਹਦੀ ਪਰਮੇਸ਼ਵਰ ਦੀ ਔਰ ਜੇਕਰ ਤੁਸੀਂ ਖੁਦਾ ਦੀ ਮਹਿਮਾ ਕਰਦੇ ਹੋ ਤਾਂ ਅੱਗ ਕਿਹਨੂੰ ਲੱਗੇਗਾ ਸ਼ੈਤਾਨ ਕਿਹਨੂੰ ਲੱਗੇਗਾ ਸ਼ੈਤਾਨ ਨੂੰ ਜੇਕਰ ਤੁਸੀਂ ਆਰਾਧਨਾ ਕਰ ਰਹੇ ਹੋ ਔਰ ਸ਼ੈਤਾਨ ਨੂੰ ਅੱਗ ਨਹੀਂ ਲੱਗ ਰਿਹਾ ਤਾਂ ਸਮਝਣਾ ਤੁਸੀਂ ਉਸ ਦੀ ਮਹਿਮਾ ਕਰ ਰਹੇ ਹੋ ਕਿਹਦੀ ਸ਼ੈਤਾਨ ਦੀ ਜੇਕਰ ਤੁਸੀਂ ਆਰਾਧਨਾ ਕਰ ਰਹੇ ਹੋ ਔਰ ਸ਼ੈਤਾਨ ਨੂੰ ਚੰਗਾ ਨਹੀਂ ਲੱਗ ਰਿਹਾ ਤਾਂ ਸਮਝਣਾ ਸੱਚਮੁੱਚ ਤੁਸੀਂ ਖੁਦਾ ਦੀ ਆਰਾਧਨਾ ਕਰ ਰਹੇ ਹੋ ਹਾਲੇਲੂਇਆ ਸ਼ੈਤਾਨ ਤੁਹਾਡੇ ਉੱਤੇ ਹਾਵੀ ਨਾ ਹੋਣੇ ਪਾਏ ਦੂਸਰੀ ਗੱਲ ਜ਼ਬੂਰ 63 ਅਸੀਂ ਪੜਾਂਗੇ ਸਾਮ 63 ਉਹਦੀ ਇੱਕ ਔਰ ਦੋ ਆਇਤ ਨੂੰ ਪੜ੍ਹੀਏ ਸਾਮ 63 ਵਰਸ 1 ਐਂਡ 2 हे परमेश्वर तू मेरा परमेश्वर है मैं तुझे यत्न से ढूंढूंगा सूखी और निर्जल उसर भूमि पर मेरा मन तेरा प्यासा है हाँ। मेरा शरीर तेरा अति अभिलाषी है हाँ। इस प्रकार से मैंने पवित्र स्थान में तुझ पर दृष्टि की कि तेरी सामर्थ्य और महिमा को देखूं बस लिखा ओ गॉड यू आर माय गॉड earnestly I seek you my soul thirsts for you my flesh faints for you as in a dry and weary land where there is no water वो कह रहा क्या खुदावंदा मेरी रूह तेरे लिए प्यासी है मेरी रूह तेरे लिए की है प्यासी है पवित्र आत्मा दी भरपूरी पानी है ਤਾਂ ਪਿਆਸ ਔਰ ਭੁੱਖ ਨੂੰ ਰੱਖਣਾ ਪਏਗਾ ਭੁੱਖ ਔਰ ਪਿਆਸ ਨੂੰ रखना पड़ेगा ਜਦ ਇੱਕ ਵਿਅਕਤੀ ਖਾਣਾ ਨਾ ਖਾਏ ਤਾਂ ਕੀ ਸਮਝ ਲੱਗਦਾ ਹੈ ਜੇਕਰ ਕਹੋਗੇ ਮੈਨੂੰ ਭੁੱਖ ਨਹੀਂ ਲੱਗ ਰਹੀ बीमार है ਉਹ ਬਿਮਾਰ ਹੈ ਜੇਕਰ ਕੋਈ ਵਿਅਕਤੀ ਕਹਿੰਦਾ ਮੈਨੂੰ ਭੁੱਖ ਲੱਗ ਰਹੀ ਹੈ ਇਹਦਾ ਮਤਲਬ तंदुरुस्त है ਉਹ ਤੰਦਰੁਸਤ ਹੈ ਜੇਕਰ ਕੋਈ ਕਹਿੰਦਾ ਮੈਨੂੰ ਪਿਆਸ ਲੱਗ ਰਹੀ ਹੈ ਇਹਦਾ ਮਤਲਬ ਉਹ ਤੰਦਰੁਸਤ ਹੈ ਇਸੇ ਤਰੀਕੇ ਨਾਲ ਸਾਡਾ ਆਤਮਿਕ ਜੀਵਨ ਹੈ ਜੇਕਰ ਤੁਹਾਨੂੰ ਆਤਮਿਕ ਰੂਪ ਨਾਲ ਭੁੱਖ ਔਰ ਪਿਆਸ ਹੈ ਤਾਂ ਸਮਝਣਾ ਤੁਹਾਡਾ ਆਤਮਿਕ ਜੀਵਨ ਸਹੀ ਚੱਲ ਰਿਹਾ ਹੈ ਸਹੀ ਚੱਲ ਰਿਹਾ ਹੈ ਜੇਕਰ ਤੁਸੀਂ ਕਹ ਰਹੇ ਹੋ ਸਭ ਸੈਟਲ ਹੈ ਠੀਕ ਹੈ ਸਭ ਸੈਟਲ ਹੈ ਤਾਂ ਸਮਝਣਾ ਬਿਮਾਰ ਹੈ ਤੁਸੀਂ ਬਿਮਾਰ ਹੋ आत्मिक जीवन नाल बीमार हो तुसी की हो बीमार हो लेकिन वचन कह रहे हैं मेरी रूह तेरे लिए प्यासी है हालेलुया ਉਹਦਾ ਅਰਥ ਹੈ ਆਤਮਾ ਦੀ ਲਾਲਸਾ ਕਰਨਾ ਵਚਨ 'ਚ ਲਿਖਿਆ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਢੂੰਡੋ ਤੇ ਤੁਸੀਂ ਪਾਓਗੇ ਖਟਖਟਾਓ ਤੇ ਤੁਸੀਂ ਤੁਹਾਡੇ ਲਈ ਖੋਲਿਆ ਜਾਏਗਾ ਇੱਕ ਬਾਪ ਬੁਰਾ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਅਵਸਥਾ ਦੇਣਾ ਚੰਗੀਆਂ ਅਵਸਥਾ ਦੇਣਾ ਜਾਣਦਾ ਹੈ ਤਾਂ ਮੰਗਣ ਵਾਲਿਆਂ ਨੂੰ स्वर्गीय पिता क्यों ना देवेगा पवित्र आत्मा ਦਾ ਦਾਨ ਕਿਉਂ ਨਾ ਦੇਗਾ ਮੰਗਣ ਵਾਲੇ ਨੂੰ ਕਿਸ ਨੂੰ ਮੰਗਣ ਵਾਲਿਆਂ ਨੂੰ ਇਹਦਾ ਅਰਥ ਕੀ ਹੈ ਪਵਿੱਤਰ ਆਤਮਾ ਦੇ ਲਈ ਤੁਸੀਂ ਮੰਗਣਾ ਪਵਿੱਤਰ ਆਤਮਾ ਨੂੰ ਤੁਸੀਂ ਮੰਗਣਾ ਪਵਿੱਤਰ ਆਤਮਾ ਦੀ ਭੁੱਖ ਔਰ ਪਿਆਸ ਨੂੰ ਤੁਸੀਂ ਰੱਖਣਾ ਹਾਲੇਲੂਇਆ ਹਾਲੇਲੂਇਆ ਚਰਚ ਦੇ ਵਿੱਚ ਜਦ ਤੁਸੀਂ ਆ ਕੋਈ ਫਾਰਮੈਲਿਟੀ ਦੇ ਲਈ ਕਦੀ ਵੀ ਨਹੀਂ ਆਣਾ ਕਦੀ ਨਾ ਆਇਓ ਜੇ ਤੁਹਾਨੂੰ ਲੱਗਦਾ ਫਾਰਮੈਲਿਟੀ ਹੈ ਤਾਂ ਤੁਸੀਂ ਕੱਲ ਤੋਂ ਬੇਨਤੀ ਹੱਥ ਜੋੜ ਕੇ ਤੁਸੀਂ ਨਾ ਆਓ ਘਰ ਬੈਠੋ ਕਿਉਂ ਆ ਰਹੇ ਹੋ ਜੇਕਰ ਤੁਸੀਂ ਆ ਰਹੇ ਹੋ
ਭੁੱਖ ਔਰ ਪਿਆਸ ਰੱਖ ਕੇ ਆਣਾ, ਪ੍ਰਭੂ ਜੀ ਮੈਂ ਆਇਆ ਹਾਂ, ਮੇਰੀ ਭੁੱਖ ਨੂੰ ਅੱਜ ਤੁਸੀਂ ਜ਼ਰੂਰ ਸਮਾਪਤ ਕਰਨਾ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਮੇਰੀ ਪਿਆਸ ਨੂੰ ਤੁਸੀਂ ਬੁਝਾਣਾ। ਜਿਵੇਂ ਜਿਵੇਂ ਖੁਦਾ ਦਾ ਵਚਨ ਕਹਿੰਦਾ ਹੈ, ਜੈਸੇ ਤੇਰੇ ਦਿਨ वैसे तेरा बल होएगा। सारे मेरे पीछे बोलो, जैसे मेरे दिन जैसे मेरे दिन वैसे मेरा बल होएगा। वैसे मेरा बल होगा। ਉਹਦਾ ਅਰਥ ਕੀ ਹੈ? ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਜਾਏਗੀ, ਤਿਵੇਂ ਤਿਵੇਂ ਤੁਸੀਂ ਆਤਮਾ ਦੇ ਵਿੱਚ ਬਲ ਨੂੰ ਪਾਉਂਦੇ ਜਾਣਾ। ਹਾਲੇਲੂਇਆ 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 ਹਾਲੇਲੂਇਆ। ਹਾਲੇਲੂਇਆ। ਸੋਨਾ ਨਹੀਂ ਨਾ ਨਾਲ ਦਿਆਂ ਨੂੰ ਸੁਲਾਣਾ, ਸੋਨਾ ਨਹੀਂ ਨਾ ਨਾਲ ਦਿਆਂ ਨੂੰ ਸੁਣਾ, ਨਾ ਨਾਲ ਦਿਆਂ ਨੂੰ ਸੌਂ ਦੇਣਾ। ਨਾ ਸੌਣ ਦੇਣਾ, ਸਗੋਂ ਉਠਾ ਕੇ ਕਹਿਣਾ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੋ ਜਾਓ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। lack of hunger and thirst, ਜੋ ਭੁੱਖ ਔਰ ਪਿਆਸ ਦੀ ਕਮੀ ਹੈ, ਇਹ ਤੁਹਾਨੂੰ ਪਵਿੱਤਰ ਆਤਮਾ ਦੀ ਭਰਪੂਰੀ ਆਣ ਨਹੀਂ ਦੇਗਾ। ਹੁਣ ਗੌਰ ਫਰਮਾना, वचन से लिखा, यशायाह नबी की किताब से लिखा, उसका अभिषेक बंदरों को तोड़ देता है। पवित्र आत्मा ਦਾ ਅਭਿਸ਼ੇਕ ਬੰਧਨਾਂ ਨੂੰ ਤੋੜ ਦਿੰਦਾ ਹੈ। ਬੰਦਰਾਂ ਨੂੰ ਕੀ ਕਰ ਦਿੰਦਾ ਹੈ? ਤੋੜ ਦਿੰਦਾ ਹੈ। ਸੋ ਇਹ ਅਭਿਸ਼ੇਕ ਦਾ ਕੀ ਅਰਥ ਹੈ? ਅਭਿਸ਼ੇਕ ਦੇ ਲਈ ਤਿੰਨ ਯੂਨਾਨੀ ਸ਼ਬਦ ਇਸਤੇਮਾਲ ਕੀਤੇ ਗਏ ਹਨ। ਪਹਿਲਾ ਹੈ ਅਲੀਫੋ, ALEIPHO, ਐਲੀਫੋ। ਐਲੀਫੋ ਦਾ ਅਰਥ ਹੈ, ਇਹ ਬਾਈਬਲ ਦੇ ਵਿੱਚ 8 ਵਾਰੀ ਇਸਤੇਮਾਲ ਕੀਤਾ ਗਿਆ ਹੈ। ਐਲੀਫੋ, ਐਲੀਫੋ ਦਾ ਅਰਥ ਹੈ ਰਬਿੰਗ ਆਫ ਆਇਲ, ਤੇਲ ਦਾ ਚਸਣਾ। ਐਲੀਫੋ ਦਾ ਮਤਲਬ ਹੈ ਤੇਲ ਦਾ ਚਸਣਾ। ਇਹ ਕਿੱਥੇ ਲਿਖਿਆ ਤੇਲ ਦੇ ਚਸਣ ਦੇ ਬਾਰੇ? याकूब दी पत्री पढ़ो, याकूब 5 बाब और उसकी 14 आयत पढ़िए। जेम्स 5 वर्स 14, याकूब दी पत्री 5 दी 14 आयत पढ़ो। यदि तुम में कोई रोगी है तो कलीसिया के प्राचीनों को बुलाए और वे प्रभु के नाम से उस पर तेल मलकर उसके लिए प्रार्थना करें। इंग्लिश में लिखा anoint them with the oil, rubbing the oil। ਉਹਦਾ ਕੀ ਅਰਥ ਸੀ? ਲਿਖਿਆ ਜੇਕਰ ਤੁਹਾਡੇ ਵਿੱਚ ਕੋਈ ਬਿਮਾਰ ਹੋਏ ਤਾਂ ਕਲੀਸਿਆ ਦੇ ਪ੍ਰਾਚੀਨਾਂ ਨੂੰ ਬੁਲਾ ਕੇ तेल मले, ਪ੍ਰਾਰਥਨਾ ਦੇ ਨਾਲ ਕੀ ਮੰਨਣਾ? तेल मलना, ਤੇਲ ਨੂੰ ਚਸਣਾ। ਤੇਲ ਨੂੰ ਕੀ ਕਰਨਾ? चसना। ਰਬਿੰਗ ਦਾ ਆਇਲ। ਉਹਦਾ ਕੀ ਅਰਥ ਸੀ? ਜਦ ਤੁਸੀਂ ਪ੍ਰਾਰਥਨਾ ਕਰਕੇ ਤੇਲ ਨੂੰ ਚਸੋਗੇ, ਖੁਦਾ ਦਾ ਅਭਿਸ਼ੇਕ ਕੰਮ ਕਰੇਗਾ, ਪਵਿੱਤਰ ਆਤਮਾ ਦਾ ਅਭਿਸ਼ੇਕ ਹੀ ਕਰੇਗਾ। 2 ਹਫ਼ਤੇ ਪਹਿਲੇ ਚੀਚੇ ਤੋਂ ਇੱਕ 2 ਭਾਈ ਆਏ, 2 ਬ੍ਰਦਰਸ, 2 ਭਰਾ ਆਏ ਇਸ ਜਗ੍ਹਾ 'ਚ। ਬੜੇ ਮਾੜੇ ਹਾਲਾਤ ਸਨ, ਜਿਸ ਤਰ੍ਹਾਂ ਉਸ ਨੂੰ ਉਹਨੂੰ ਲੈ ਕੇ ਆਉਣ ਵਾਲੇ ਭੈਣ ਨੇ ਗਵਾਹੀ ਦਿੱਤਾ। ਮੈਂ ਸ਼ਾਰਟ 'ਚ ਦੱਸਾਂਗਾ ਉਸ ਭਾਈ ਦੀ ਗਵਾਹੀ। ਉਹ ਭਾਈ ਬਹੁਤ ਬਿਮਾਰ ਹੈ। ਸੋ 2 दिन लगातार आए, पिछले सैटरडे और संडे, कल भी आए। उसने मैनू सोमवार सुबह मैनू फ़ोन कर दे, अर्ली मॉर्निंग सवेरे मैनू फ़ोन कर 11 मिस कॉल आई है। मैं कहा पता नहीं कौन है, कितना लोड़वंद है। मैं वापस किया, मैं कहा कौन बोल रहे हो? कहना मैं भाई सविंदर बोल रहा चीचे तो। मैनू लग गया पता, वही 2 भरा सन। कहते कि पास जी ऐसा है, कई सालों तो मेरा ਲੱਕ ਤੋਂ ਨੀਚੇ ਦਰਦ ਹੈ, ਸੁਬਾਹ ਉੱਠਿਆ ਨਹੀਂ ਸੀ ਜਾਂਦਾ, ਬਹੁਤ ਔਖਾ ਹੋ ਕੇ ਮੈਂ ਉੱਠਦਾ। ਲੇਕਿਨ ਇਸ ਜਗ੍ਹਾ 'ਚ ਆਏ, ਵੱਡੇ ਪਾਸਟਰ ਜੀ ਨੇ ਪ੍ਰਾਰਥਨਾ ਕਰਕੇ ਤੇਲ ਇਸ ਨੂੰ ਦਿੱਤਾ। ਕਹਿੰਦਾ ਮੈਂ ਲਗਾਇਆ, ਮੈਂ ਸਵੇਰੇ ਅੱਜ ਜਦੋਂ ਉੱਠਿਆ ਨਾ ਤੇ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਘੋੜੇ ਵਰਗੀ ਸ਼ਕਤੀ ਆ ਗਈ ਮੇਰੇ ਅੰਦਰ। ਹਾਲੇਲੂਇਆ। ਕਹਿੰਦਾ ਮੇਰਾ ਲੱਕ ਪਤਾ ਨਹੀਂ ਕਿਸ ਤਰ੍ਹਾਂ ਇਸ ਤਰ੍ਹਾਂ ਲੱਗਾ ਜਿਵੇਂ ਠੀਕ ਹੀ ਹੋ ਗਿਆ। ਸੋ ਉਸਨੇ, ਮੈਂ ਇਸ ਨੂੰ ਕਿਹਾ ਕਿ ਭਾਈ ਇਹ ਹੁਣ ਸ਼ੁਰੂਆਤ ਹੈ, ਤੁਹਾਡੇ ਕਈ ਵਿਗੜੇ ਕੰਮ ਹੈ, ਲੇਕਿਨ ਤੋਬਾ ਕਰਨਾ, ਪ੍ਰਭੂ ਦੇ ਵੱਲ ਆਣਾ। ਆਮੇਨ। ਪਰਮੇਸ਼ਵਰ ਅੱਗੇ ਵੀ ਬਹੁਤ ਸਾਰੇ ਕੰਮ ਨੂੰ ਕਰੇਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੇਲ ਦੇ ਉੱਤੇ ਪ੍ਰਾਰਥਨਾ ਕਰਕੇ ਲਗਾ ਕੇ ਜਦ ਇੱਕ ਵਿਅਕਤੀ ਜਾਂਦਾ ਹੈ ਤਾਂ ਉਹਦਾ ਅਰਥ ਹੈ ਆਤਮਾ ਦਾ ਅਭਿਸ਼ੇਕ ਉਸ ਜਗ੍ਹਾ ਦੇ ਵਿੱਚ ਕੰਮ ਕਰਦਾ ਹੈ। ਦੂਸਰਾ ਉਹਦਾ ਸ਼ਬਦ ਹੈ ਕ੍ਰਿਓ, CHRIO। ਕ੍ਰਿਓ 5 ਵਾਰ ਇਸਤੇਮਾਲ ਕੀਤਾ ਗਿਆ ਹੈ। ਕ੍ਰਿਓ ਦਾ ਅਰਥ ਹੈ ਕਿਸੇ ਖਾਸ ਕੰਮ ਦੇ ਲਈ ਅਭਿਸ਼ੇਕ ਕਰਨਾ, ਕਿਸੇ ਖਾਸ ਕੰਮ ਦੇ ਲਈ ਚੁਣਿਆ ਜਾਣਾ, ਕਿਸੇ ਖਾਸ ਕੰਮ ਦੇ ਲਈ ਚੁਣਿਆ ਜਾਣਾ। ਸੋ ਪਵਿੱਤਰ ਆਤਮਾ ਦਾ ਅਭਿਸ਼ੇਕ ਕਿਉਂ ਉਤਰਦਾ ਹੈ? ਪਵਿੱਤਰ ਆਤਮਾ ਦਾ ਅਭਿਸ਼ੇਕ ਤੁਹਾਡੇ ਉੱਤੇ, ਮੇਰੇ ਉੱਤੇ, ਸਾਡੇ ਸਭਨਾਂ ਦੇ ਉੱਤੇ ਇਸ ਲਈ ਉਤਰਦਾ ਹੈ ਤਾਂ ਕਿ ਤੁਹਾਡੇ ਵਸੀਲੇ ਖੁਦਾ ਨੇ ਕੋਈ ਖਾਸ ਕੰਮ ਲੈਣਾ ਹੈ। ਆਮੇਨ। ਕੋਈ ਖਾਸ ਮਕਸਦ ਲਈ ਖੁਦਾ ਨੇ ਤੁਹਾਨੂੰ ਔਰ ਮੈਨੂੰ ਚੁਣਿਆ ਹੈ। ਹਾਲੇਲੂਇਆ ਹਾਲੇਲੂਇਆ। ਜਦ ਤੱਕ ਉਹ ਮਕਸਦ ਪੂਰਾ ਨਹੀਂ ਹੋ ਜਾਂਦਾ, ਇਸ ਦੁਨੀਆ ਤੋਂ ਤੁਸੀਂ ਨਹੀਂ ਜਾਓਗੇ। ਇਸ ਦੁਨੀਆ ਤੋਂ ਨਹੀਂ ਜਾਓਗੇ। ਜਦ ਉਹ ਮਕਸਦ ਪੂਰਾ ਹੋ ਗਿਆ, ਭਾਵੇਂ ਜਵਾਨੀ 'ਚ ਹੋਵੇ, ਭਾਵੇਂ ਬਜ਼ੁਰਗੀ 'ਚ ਹੋਵੇ,
ਜੇਕਰ ਖੁਦਾ ਨੇ ਉਸ ਮਕਸਦ ਨੂੰ ਪੂਰਾ ਕਰ ਲਿਆ, ਖੁਦਾ ਆਪਣੇ ਸਮੇਂ 'ਚ ਤੁਹਾਨੂੰ ਬੁਲਾ ਲਏਗਾ। ਲੇਕਿਨ ਪਰਮੇਸ਼ਰ ਆਪਣਾ ਆਤਮਾ ਦਾ ਅਭਿਸ਼ੇਕ ਕਿਉਂ ਦਿੰਦਾ ਹੈ? ਤਾकि उसने ਤੁਹਾਡੇ ਤੋਂ ਕਰਨਾ ਹੈ। आमीन। हालेलुया। हालेलुया। तीसरा बड़ा इंटरेस्टिंग है, तीसरा है करिश्मा। अभिषेक ਦੇ ਲਈ तीसरा शब्द ਕਿਹੜਾ ਹੈ? ਕ੍ਰਿਸ਼ਮਾ। ਤੁਸੀਂ ਸੁਣਿਆ ਨਾ ਕਰਿਸ਼ਮਾ। ਕਰਿਸ਼ਮੇ ਦੇ ਲਈ ਆਮ ਲੋਕ ਪਤਾ ਕੀ ਸੋਚਦੇ ਹੈ? ਅਜੂਬਾ, ਹੈਰਾਨ ਕਰਨ ਵਾਲੀ ਗੱਲ, ਉਸ ਨੂੰ ਕਹਿੰਦੇ ਕਰਿਸ਼ਮਾ ਹੋ ਗਿਆ। ਲੇਕਿਨ ਉਹਦਾ ਅਸਲੀ ਕਰਿਸ਼ਮਾ ਸ਼ਬਦ ਦਾ ਅਰਥ ਹੈ ਟੂ ਨੋ ਵਾਟ ਇਜ਼ ਰਾਈਟ ਐਂਡ ਰੋਂਗ। ਪਵਿੱਤਰ ਆਤਮਾ ਦਾ ਅਭਿਸ਼ੇਕ ਕਿਉਂ ਉਤਰਦਾ ਹੈ? ਸਾਨੂੰ ਰੋਜ਼ ਪ੍ਰਤੀਦਿਨ ਪਵਿੱਤਰ ਆਤਮਾ ਦੇ ਮਸਾ ਦੀ ਕਿਉਂ ਲੋੜ ਹੈ? ਤਾਂ ਕਿ ਅਸੀਂ ਜਾਣ ਸਕੀਏ ਕੀ ਸਹੀ ਹੈ ਔਰ ਕੀ ਗਲਤ ਹੈ। ਆਪਣੇ ਜੀਵਨ ਦੇ ਕਈ ਹਾਲਾਤਾਂ ਦੇ ਵਿੱਚ ਸਾਨੂੰ ਕਈ ਫੈਸਲੇ ਐਸੇ ਜਿਹਦੇ ਸਾਨੂੰ ਪਤਾ ਲੱਗਦਾ ਮੈਂ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ। ਐਸੇ ਕੰਮ ਕਰਨ ਦੇ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ? ਪਵਿੱਤਰ ਆਤਮਾ ਦੀ ਭਰਪੂਰੀ ਦੀ ਲੋੜ ਹੈ। ਕਿਉਂਕਿ ਵਚਨ 'ਚ ਲਿਖਿਆ ਪਵਿੱਤਰ ਆਤਮਾ ਤੁਹਾਨੂੰ ਆਪ ਸਿਖਾਏਗਾ। ਉਹ ਅਗਵਾਈ ਕਰਨ ਵਾਲਾ ਆਤਮਾ ਹੈ। ਪਵਿੱਤਰ ਆਤਮਾ ਦੀ ਭਰਪੂਰੀ ਨੂੰ ਪਾਣਾ, ਰੋਜ਼ ਪ੍ਰਤੀਦਿਨ ਖੁਦਾ ਦੇ ਸੇਵਕ, ਖੁਦਾ ਦੇ ਲੋਕ ਤੁਹਾਡੇ ਨਾਲ ਨਹੀਂ ਹੋਣਗੇ। ਇੱਕ ਸਮਾਂ ਆਏਗਾ ਸਭ ਚਲੇ ਜਾਣਗੇ, ਇਸ ਦੁਨੀਆ ਤੋਂ ਵੀ ਚਲੇ ਜਾਣਗੇ, ਤੁਹਾਡੇ ਆਪਣੇ ਅਜ਼ੀਜ਼ ਵੀ ਇਸ ਦੁਨੀਆ ਤੋਂ ਚਲੇ ਜਾਣਗੇ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਲਈ ਇੱਕ ਸਹਾਇਕ ਨੂੰ ਭੇਜਾਂਗਾ ਜੋ ਸਦਾ ਤੁਹਾਡੇ ਨਾਲ ਰਹੇਗਾ, ਅਰਥਾਤ ਪਵਿੱਤਰ ਆਤਮਾ ਜੋ ਤੁਹਾਡੀ ਅਗਵਾਈ ਕਰੇਗਾ ਕਿ ਸਹੀ ਹੈ ਕਿ ਗਲਤ ਹੈ। ਫੈਸਲਾ ਲੈਣ ਦੇ ਲਈ ਪਵਿੱਤਰ ਆਤਮਾ ਤੁਹਾਡੀ ਮਦਦ ਕਰੇਗਾ। ਹਾਲੇਲੂਇਆ। ਇਸ ਲਈ ਵਚਨ 'ਚ ਲਿਖਿਆ ਬੀ ਫਿਲਡ ਵਿਦ ਦ ਹੋਲੀ ਸਪਿਰਿਟ। ਇਸ ਲਈ ਲਿਖਿਆ ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੋ ਜਾਓ। ਜਵਾਨੋ, ਬਜ਼ੁਰਗੋ, ਤੁਸੀਂ ਜਿੰਨੇ ਵੀ ਇਸ ਜਗ੍ਹਾ ਦੇ ਵਿੱਚ ਆਏ ਹੋ, ਜੇਕਰ ਤੁਸੀਂ ਪਵਿੱਤਰ ਆਤਮਾ ਦੇ ਸਾਮਰਥ ਨੂੰ ਨਹੀਂ ਪਾਇਆ, ਅੱਜ ਫਿਰ ਤੋਂ ਖੁਦਾ ਨੂੰ ਕਹੋ ਪ੍ਰਭੂ ਜੀ ਮੈਂ ਖਾਲੀ ਹਾਂ, ਮੇਰੇ ਖਾਲੀ ਬਰਤਨ ਨੂੰ ਤੁਸੀਂ ਭਰਦੇ ਹੋ। हालेलुया। ਜੇ ਬਰਤਨ ਪਹਿਲਾਂ ਤੋਂ ਆਪਣੇ ਅਹੰਕਾਰ ਦੇ ਨਾਲ ਭਰਿਆ ਹੋਇਆ ਹੈ, ਉਹ ਭਰਿਆ ਨਹੀਂ ਜਾ ਸਕਦਾ। ਜਿਹੜਾ ਬਰਤਨ ਖਾਲੀ ਹੈ ਉਹੀ ਭਰਿਆ ਜਾ ਸਕਦਾ ਹੈ। यस हालेलुया। ਜੇਕਰ ਤੁਹਾਡਾ ਜੀਵਨ ਪ੍ਰਭੂ ਦੇ ਅੱਗੇ ਖਾਲੀ ਕਰੋਗੇ, ਪਰਮੇਸ਼ਵਰ ਆਪਣੀ ਆਤਮਾ ਦੇ ਨਾਲ ਤੁਹਾਨੂੰ ਭਰੇਗਾ। ਔਰ ਜਦ ਪਵਿੱਤਰ ਆਤਮਾ ਤੁਹਾਡੇ ਜੀਵਨ 'ਚ ਆਏਗਾ, ਉਹ ਖੁਦਾ ਦੀ ਮਹਿਮਾ ਕਰਾਏਗਾ, ਉਹ ਤੁਹਾਡੇ ਭਲੇ ਵਾਸਤੇ ਹੋਏਗਾ ਔਰ ਹਰ ਚੀਜ਼ ਦਾ ਇੰਤਜ਼ਾਮ ਵੀ ਖੁਦਾ ਕਰੇਗਾ। ਹਾਲੇਲੂਇਆ। ਆइए से सारे अपने ਅੱਖਾਂ ਨੂੰ ਬੰਦ ਕਰੀਏ। ਪਵਿੱਤਰ ਆਤਮਾ ਨਾਲ ਪਰਿਪੂਰਨ ਹੋ ਜਾਓ। ਇਹ ਯੁੱਗ ਦੇ ਵਿੱਚ ਖਾਲੀ ਡੱਬਿਆਂ ਦੇ ਨਾਲ ਚੱਲਣ ਦਾ ਕੋਈ ਫਾਇਦਾ ਨਹੀਂ। ਪਾਵਰਫੁਲ ਇੰਜਨ ਚਾਹੀਦਾ ਹੈ, ਇੱਕ ਤਾਕਤਵਰ ਇੰਜਨ ਦੀ ਲੋੜ ਹੈ। ਗੱਡੀਆਂ ਨੂੰ ਖਿੱਚਣ ਦੇ ਲਈ ਪਵਿੱਤਰ ਆਤਮਾ ਦਾ ਇੰਜਨ ਦੀ ਲੋੜ ਹੈ। ਬਿਨਾ ਮੇਰੇ ਤੋਂ ਬਿਨਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ। हालेलुया। ਜ਼ਕਰੀਆ ਦੀ ਕਿਤਾਬ ਦੇ ਵਿੱਚ ਲਿਖਿਆ ਨਾ तो बल से ना शक्ति से पर मेरी आत्मा के द्वारा, मेरी आत्मा के द्वारा। ਅੱਜ ਤੁਸੀਂ ਇਸ ਜਗ੍ਹਾ ਦੇ ਵਿੱਚ ਆਏ ਹੋ, ਤੁਸੀਂ ਕਈ ਬੰਧਨਾਂ ਤੋਂ ਜਕੜੇ ਹੋਏ ਆਏ ਹੋਣਗੇ। ਪਵਿੱਤਰ ਆਤਮਾ ਦੇ ਨਾਲ ਪਰਿਪੂਰਨ ਹੋ ਜਾਓ। ਪ੍ਰਾਰਥਨਾ ਇੱਧਰ ਕਰੋਗੇ, ਪ੍ਰਾਰਥਨਾ ਦਾ ਉੱਤਰ ਖੁਦਾ ਉੱਪਰ ਸੁਣੇਗਾ, ਪਰ ਉੱਤਰ ਕਿਤੇ ਹੋਰ ਮਿਲੇਗਾ। ਹਾਲੇਲੂਇਆ। ਬਾਬਾ ਬਾਬਾ ਨਾ ਵਖੋ ਸਾਬਾਨਾ ਰੱਖਾਂਦਾ ਲਾ ਰਾਵਾਲਾ ਬਾਉਡਾ। ਪਵਿੱਤਰ ਆਤਮਾ ਦਾ ਅਭਿਸ਼ੇਕ ਬੰਧਨਾਂ ਨੂੰ ਤੋੜ ਦਿੰਦਾ ਹੈ। ਆਤਮਾ ਦਾ ਅਭਿਸ਼ੇਕ ਬੰਧਨਾਂ ਨੂੰ ਤੋੜ ਦਿੰਦਾ ਹੈ। ਆਤਮਾ ਦਾ ਅਭਿਸ਼ੇਕ ਆਲਸਪਣੇ ਨੂੰ ਤੋੜ ਦਿੰਦਾ ਹੈ। ਆਬਾ ਬਾਬਾ ਖਾਂਦਾ ਲਾ ਰਾਵਾ। ਉਹਦੇ 'ਚ ਲਿਖਿਆ ਹਰ ਬਸ਼ਰ ਦੇ ਉੱਤੇ, ਹਰ ਬਸ਼ਰ ਦੇ ਉੱਤੇ ਮੈਂ ਆਪਣੀ ਆਤਮਾ ਨੂੰ ਡੇਲਾਂਗਾ। ਤੁਹਾਡੇ ਬੱਚੇ ਭਵਿੱਖਬਾਣੀ ਕਰਨਗੇ, ਤੁਹਾਡੇ ਜਵਾਨ ਦਰਸ਼ਨ ਦੇਖਣਗੇ, ਤੁਹਾਡੇ ਬਜ਼ੁਰਗ ਸੁਪਨ ਦੇਖਣਗੇ। ਸਾਜ਼ ਵਜਾਉਣ ਵਾਲਿਆਂ ਉੱਤੇ ਮੈਂ ਆਪਣੀ ਆਤਮਾ ਨੂੰ ਡੇਲਾਂਗਾ। ਗੀਤ ਗਾਉਣ ਵਾਲਿਆਂ ਦੇ ਉੱਤੇ ਮੈਂ ਆਪਣੀ ਆਤਮਾ ਨੂੰ ਡੇਲਾਂਗਾ। ਵੋਲੰਟੀਅਰਸ ਉੱਤੇ ਮੈਂ ਆਪਣੀ ਆਤਮਾ ਨੂੰ ਡੇਲਾਂਗਾ। ਹਾਲੇਲੂਇਆ। ਓ ਰਬਾ ਬਾਬਾ ਖੰਦਾ ਲਾ ਰਬਾ ਲਾ ਬਾਉਡੇ। ਤੁਸੀਂ ਖੁਦਾ ਦੇ ਗੀਤ ਗਾਓਗੇ, ਪਵਿੱਤਰ ਆਤਮਾ ਦੇ ਨਾਲ ਭਰ ਕੇ ਗੀਤ ਗਾਓਗੇ। ਦੁਸ਼ਟ ਆਤਮਾ ਆਪਣੇ ਆਪ ਨਿਕਲਦੀਆਂ ਰਹਿਣਗੀਆਂ ਜੇ ਤੁਸੀਂ ਰੂਹ ਦੇ ਨਾਲ ਆਤਮਾ ਦੇ ਵਿੱਚ ਹੋ ਕੇ ਆਰਾਧਨਾ ਕਰੋਗੇ। ਆਪਣੇ ਆਪ ਬੰਧਨ ਖੁੱਲਦੇ ਜਾਣਗੇ। ਜਕੜੇ ਹੋਏ ਲੋਕ, जकड़े हुए लोग, बेनती है एक मिनट खामोश रहना, खामोश रहना। बेनती है सारिਆਂ ਨੂੰ, ਘੜੀ ਨੂੰ ਵੇਖਣ ਵਾਲੇ ਕੋਈ ਵੀ ਘੜੀ ਨੂੰ ਨਾ ਵੇਖਣਾ। ਹੁਣੇ ਸਮਾਂ ਤੁਹਾਡੇ ਹੱਥ 'ਚ ਨਹੀਂ ਹੈ।
ਸਮਾਂ ਪਰਮੇਸ਼ਰ ਦੇ ਹੱਥ 'ਚ ਹੈ। ਕੋਈ ਵੀ ਘੜੀ ਨੂੰ ਨਾ ਦੇਖੇ ਕਿ ਬੰਦਗੀ ਦਾ ਟਾਈਮ ਹੋ ਗਿਆ, ਹੁਣ ਜਾਣ ਦਾ ਵੇਲਾ ਆ ਗਿਆ, ਹੈਲਮਟ ਫੜੋ ਬਾਹਰ ਨੂੰ ਭੱਜੋ, ਕੋਈ ਨਾ ਦੇਖੇ। ਡੋਂਟ ਮਿਸ ਦਿਸ ਆਪਰਚੁਨਿਟੀ। ਇਸ ਮੌਕੇ ਨੂੰ ਗਵਾਣਾ ਨਹੀਂ, ਪਵਿੱਤਰ ਆਤਮਾ ਦੀ ਪਰਿਪੂਰਨਤਾ ਨੂੰ ਪਾਣਾ। ਹੋ ਸਕਦਾ ਖੁਦਾ ਦਾ ਆਤਮਾ ਤੁਹਾਡੇ ਨਾਲ ਹੀ ਗੱਲ ਕਰਨ ਵਾਲਾ ਹੋਵੇ, ਹੋ ਸਕਦਾ ਖੁਦਾ ਦਾ ਆਤਮਾ ਤੁਹਾਨੂੰ ਹੀ ਛੂਹਣ ਵਾਲਾ ਹੋਵੇ, ਹੋ ਸਕਦਾ ਖੁਦਾ ਤੁਹਾਨੂੰ ਹੀ ਤਬਦੀਲ ਕਰਨ ਵਾਲਾ ਹੋਵੇ, ਤੁਹਾਡੀ ਅੱਖਾਂ ਨੂੰ ਬਦਲਣੇ ਵਾਲਾ ਹੋਵੇ, ਤੁਹਾਡੀ ਅੱਖਾਂ ਦੇ ਅੱਗੇ ਛਿਲਕਿਆਂ ਨੂੰ ਦੂਰ ਕਰਨੇ ਵਾਲਾ ਹੋਵੇ। Be filled with the power of the Holy Spirit. ਤੁਸੀਂ ਮੰਗੋਗੇ ਖੁਦਾ ਆਤਮਾ ਦੇਵੇਗਾ। ਮੰਗਣ ਵਾਲਿਆਂ ਨੂੰ ਖੁਦਾ ਆਤਮਾ ਦਿੰਦਾ ਹੈ। ਜਦ ਪਵਿੱਤਰ ਆਤਮਾ ਉਤਰੇਗਾ, ਤੁਸੀਂ ਆਪਣੀ ਜ਼ੁਬਾਨ ਦੇ ਨਾਲ ਖੁਦਾ ਦੀ ਮਹਿਮਾ ਕਰੋਗੇ। ਸਾਰੇ ਬਜ਼ੁਰਗ ਖੁਦਾ ਦੀ ਮਹਿਮਾ ਕਰੀਏ, ਸਾਰੇ ਬਜ਼ੁਰਗ ਖੁਦਾ ਦੀ ਮਹਿਮਾ ਕਰੀਏ और कहिए खुदावंदा मेरी जुबान ਨੂੰ ਬਦਲ ਦੇ, ਮੇਰੇ ਹੱਥਾਂ ਨੂੰ ਬਦਲ ਦੇ। ਜਿੰਨੇ ਜਵਾਨ ਬਜ਼ੁਰਗ ਭਾਈ ਬਹਿਨ ਬੈਠੇ ਹਨ, ਸਭ ਅੱਖਾਂ ਬੰਦ ਕਰਕੇ ਪ੍ਰਭੂ ਦੀ ਆਰਾਧਨਾ ਕਰੀਏ। ਇੱਕ ਅੱਗ ਦੇ ਵਾਂਗੂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰਨੇ ਪਾਏ। ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ, ਉਹ ਤੁਹਾਨੂੰ ਸ਼ਕਤੀ ਦੇਗਾ, ਦਲੇਰੀ ਦੀ ਆਤਮਾ ਦੇਗਾ, ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ ਸਾਮਰਥ ਦੇਗਾ। ਕੀ ਸਹੀ ਹੈ ਕੀ ਗਲਤ ਹੈ ਬੋਲਣ ਦੇ ਲਈ ਸਮਝ ਦੇਗਾ। ਰਾਬਾ ਬਾਬਾ ਖੰਦਾ ਲਾ ਰਬਾ ਲਾ ਬਉਡੇ, ਸ਼ਾਬਾ ਬਾਬਾ ਖੰਦਾ ਲਾ ਰਬਾ ਲਾ ਬਉਡੇ। ਓ ਜੀਸਸ ਹਾਲੇਲੂਇਆ। ਭਵਿੱਖਬਾਣੀਆਂ ਕਲੀਸਿਆ ਦੇ ਅੰਦਰ ਹੋਣ ਦਿਓ। ਪਵਿੱਤਰ ਆਤਮਾ ਦੀ ਅੱਗ ਉਤਰਨ ਦਿਓ। ਪਵਿੱਤਰ ਆਤਮਾ ਦੀ ਸ਼ਕਤੀ ਉਤਰਨੇ ਪਾਏ। ਸ਼ੈਤਾਨ ਦੇ ਜਕੜੇ ਆਜ਼ਾਦ ਹੋਣੇ ਪਾਏ। ਯੇਸ਼ੂ ਦੇ ਨਾਮ ਦੇ ਵਿੱਚ ਟੱਚ ਲਓ, ਸਪਰਸ਼ ਕਰੋ ਖੁਦਾਵੰਦਾ, ਸਪਰਸ਼ ਕਰੋ ਖੁਦਾਵੰਦਾ। ਹਰ ਬੱਚਿਆਂ ਨੂੰ ਤੁਸੀਂ ਸਪਰਸ਼ ਕਰਨੇ ਪਾਓ। ਯੇਸ਼ੂ ਦੇ ਨਾਮ ਦੇ ਵਿੱਚ ਹਰ ਬੱਚੇ ਆਤਮਾ ਨਾਲ ਭਰਪੂਰ ਹੋ ਜਾਏ। ਓ ਜੀਸਸ ਹਾਲੇਲੂਇਆ, ਹਾਲੇਲੂਇਆ। पवित्र आत्मा के सामर्थ्य द्वारा स्वर्गीय दर्शन नजर आने पाए, स्वर्गदूता की हजूरी नजर आने पाए, स्वर्गीय हजूरी नजर आने पाए। हालेलुया। खुदा दा आत्मा ने मैंने इस प्रकार नाल दिखाया। पवित्र आत्मा ने मैंने इस तरह दिखाया। एक बहुत बड़ी लाइन लगी है खाना खान दे लई। बहुत बड़ा टेबल लगे है, टेबल दे नाल टेबल जुड़े हुए हैं, उन्हां दे उत्ते गंदे कपड़े हैं। लेकिन उस घर दा मालिक आया, वो आके कह रहा है बैठन वाले मेरे अपने लोग हैं, बैठन वाले खाने ते बैठन वाले मेरे बेटे और बेटियां हैं। इन्हां दे सामने इन्ना गंदा टेबल क्यों लगाया है? इस मेज नू बदलो, इस कपड़े नू बदलो। इन्हां दे सामने एक सुंदर मेज लगाया जाए, उस मेज दे उत्ते अच्छा कपड़ा बिछाया जाए। मेरे प्यारे रब दे लोगों, तुसी परमेश्वर दे बेटे और बेटियां हो। तुहाडे सामने शर्मिंदगी दे मेज नू यीशु आज बदल रहा। यीशु शर्मिंदगी दे मेज नू बदल रहा, ओ आदर दे मेज नू लगा रहा। हालेलुया।
ਦੇ ਨਾਲ ਭਰ ਦਿਓ, ਨਵੀਆਂ ਬੋਲੀਆਂ ਦੇ ਨਾਲ ਭਰ ਦਿਓ। ਆਪਣਾ ਬਲ, ਆਪਣਾ ਬਲ, ਆਪਣਾ ਬਲ, ਆਪਣਾ ਬਲ ਦਿਓ। Give your strength, O Lord. Thank you, Lord. Hallelujah. पिता परमेश्वर आपका धन्यवाद, तूने अपना अभिषेक किया हुआ, मसा किया हुआ वचन में दिया, तेरा धन्यवाद। हमें पवित्र आत्मा से भर जाओ। जितने लोग पवित्र आत्मा नहीं पाए उन्होंने पवित्र आत्मा का दान अन्य भाषा के साथ देना। वो दिन में दिन पवित्र आत्मा का सामर्थ्य में ताड़ा उड़ी करे बढ़ते जाएंगे। पवित्र आत्मा का सामर्थ्य पाके दिलेरी से वचन का घोषणा कर सके। पवित्र आत्मा का सामर्थ्य शैतान का सामना कर सके। पवित्र आत्मा का अभिषेक के साथ हे मेरे खुदा जी, हमारा बीमारियों का बंधन और भी कई प्रकार का बंधन टूट जाए, हम शिफा पाए। पवित्र आत्मा का अभिषेक पाके हम राइट डिसीजन ले सकें, सही सुलावा ले सकें। हालेलुया। मेरे खुदा में प्रार्थना करते हैं तेरी आत्मा का कार्य सबके जीवन में हो जाए। हालेलुया। तेरा पवित्र आत्मा का भरपूरी सबके साथ हो जाए। पवित्र आत्मा का अभिषेक हो जाए। हो लबारा कैसा चला तेरा वाणी में लिखा है कि पवित्र आत्मा से भरपूर हो जाओ, आत्मा के बदन और गीत गाते रहो। तो अपने कलिसिया को सेवकों को आत्मा से भरपूर रखना। हालेलुया। पवित्र आत्मा से भरपूर कलिसिया बना कर रखना। आपका सेवक को इस्तेमाल करो बाकी सबके साथ, यीशु का नाम। आमीन।